ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦ ਸਿੱਖ ਵਿਊ ਪੁਆਇੰਟ ਚੈਨਲ ਦੇਖ ਰਹੀ ਸੰਗਤ ਦਾ ਨਿੱਘਾ ਸਵਾਗਤ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਜਿੱਥੇ ਵੀ ਆਪ ਬੈਠੇ ਸਾਨੂੰ ਸੁਣ ਰਹੇ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ। ਅਵਲ ਤਾਂ ਜਿਹੜੇ ਪੰਜਾਬ ਵਿੱਚ ਜਾਂ ਭਾਰਤ ਵਿੱਚ ਰਹਿੰਦੇ ਨੇ ਉਹ ਪੁਲਿਸ ਅਤੇ ਹੋਰ ਜਿਹੜੇ ਸਰਕਾਰੀ ਤੰਤਰ ਹੈਗਾ ਉਸ ਦੀਆਂ ਵਧੀਕੀਆਂ ਨਾਲ ਭਲੀ ਭਾਂਤ ਜਾਣੂ ਹੋਣਗੇ। ਇਹ ਜਿਹੜੀਆਂ ਵਧੀਕੀਆਂ ਨੇ ਇਹ ਪੰਜਾਬ ਨੇ ਤਾਂ ਆਪਣੇ ਪਿੰਡੇ 'ਤੇ ਹੰਢਾਈਆਂ ਨੇ ਜਦੋਂ ਕਿ ਖਾੜਕੂ ਲਹਿਰ ਚੱਲ ਰਹੀ ਸੀ, ਅਤੇ ਇਹ ਵਧੀਕੀਆਂ ਅਕਸਰ ਇੰਨੀ ਜ਼ੁਲਮੀ ਅਤੇ ਇੰਨੀ ਬਰਬਰਤਾ ਨੂੰ ਛੂਹ ਗਈਆਂ ਕਿ ਜਮਾਂ ਸਿਰਾ ਹੀ ਲੱਗ ਗਿਆ। ਇਹਦੇ ਅੰਸ਼ ਹਾਲੇ ਵੀ ਸਾਨੂੰ ਕੁਛ ਦੇਖਣ ਨੂੰ ਮਿਲਦੇ ਨੇ। ਇਹ ਵਰਤਾਰਾ ਕੀ ਹੈ ਜਦੋਂ ਅਖੌਤੀ ਆਪਣਿਆਂ ਦੇ ਖੂਨ ਦੇ ਪਿਆਸੇ ਹੋ ਉੱਠਦੇ ਨੇ, ਅਤੇ ਪੰਜਾਬ ਨੇ ਤਾਂ ਆਪ ਜਿਵੇਂ ਜਾਣਦੇ ਹੀ ਹੋ ਭਲੀ ਭਾਂਤ 'ਤੇ ਇਹ ਵਰਤਾਰਾ ਆਪ ਦੇ ਪਿੰਡੇ 'ਤੇ ਹੰਢਾਇਆ ਹੈ ਜਦੋਂ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ ਅਤੇ ਕੋਹ ਕੇ ਮਾਰੇ ਗਏ। ਇਸੇ ਵਰਤਾਰੇ ਦੀ ਪਰਤਾਂ ਫੋਲਣ ਵਾਸਤੇ ਅਤੇ ਇਹਦੀ ਡੂੰਘਾਈ ਵਿੱਚ ਜਾਣ ਵਾਸਤੇ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਅਜਮੇਰ ਸਿੰਘ ਜੀ। ਸਾਰਿਆਂ ਨਾਲੋਂ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੱਛੇ ਜਿਹੇ ਇੱਕ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਦੇਖਣ ਨੂੰ ਮਿਲਿਆ ਜਿਸ ਵਿੱਚ ਹਰਿੰਦਰ ਚਹਿਲ ਨਾਂ ਦਾ ਸਾਬਕਾ ਪੰਜਾਬ ਪੁਲਿਸ ਦਾ DIG ਹੈ, ਉਹ ਸਿੱਧੂ ਮੂਸੇਵਾਲੇ ਦੀ ਸਮਾਧ 'ਤੇ ਪਹੁੰਚਦਾ ਹੈ ਅਤੇ ਉਹ ਬੜੇ ਐਲਾਨੀਆ ਤਰੀਕੇ ਨਾਲ ਗੱਲ ਕਰਦਾ ਹੈ ਕਿ ਜਿਨ੍ਹਾਂ ਨੇ ਚਮਕੀਲੇ ਨੂੰ ਮਾਰਿਆ ਮੈਂ ਉਹਨਾਂ ਨੂੰ ਮਾਰਿਆ। ਹੁਣ ਹਾਲਾਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਾਨੂੰਨ ਇਸ ਗੱਲ ਦੀ ਕੋਈ ਇਜਾਜ਼ਤ ਨਹੀਂ ਦਿੰਦਾ। ਜੇ ਚਮਕੀਲੇ ਨੂੰ ਮਾਰਨ ਵਾਲੇ ਦੋਸ਼ੀ ਸੀ ਤਾਂ ਉਹਨਾਂ ਨੂੰ ਸਜ਼ਾ ਤਾਂ ਕਾਨੂੰਨ ਨੇ ਦੇਣੀ ਸੀ, ਇੱਕ ਪੁਲਿਸ ਅਫਸਰ ਨੇ ਤਾਂ ਉਹਨਾਂ ਨੂੰ ਸਜ਼ਾ ਦੇਣੀ ਨਹੀਂ ਸੀਗੀ। ਸੋ ਅੱਜ ਅਸੀਂ ਆਪ ਜੀ ਤੋਂ ਇਹ ਜਿਹੜਾ ਜੋ ਦਰਿੰਦਗੀ ਅਤੇ ਜੋ ਇਹ ਵਹਿਸ਼ਤ ਦਾ ਜੋ ਇੱਕ ਦੌਰ ਚੱਲਿਆ ਪੰਜਾਬ ਵਿੱਚ, ਅਸੀਂ ਆਪ ਜੀ ਤੋਂ ਅੱਜ ਉਸ ਬਾਰੇ ਕੁਛ ਜਾਣਨਾ ਚਾਹੁੰਦੇ ਹਾਂ। ਸੋ ਸਾਰਿਆਂ ਨਾਲੋਂ ਪਹਿਲਾਂ ਤਾਂ ਤੁਸੀਂ ਆਹ ਦੱਸਣ ਦੀ ਕਿਰਪਾਲਤਾ ਕਰੋ ਕਿ ਇੰਨੇ ਸਾਲ ਬੀਤ ਗਏ ਅਤੇ ਹੁਣ ਤਾਂ ਉਹ ਲਹਿਰ ਵੀ ਮੁੱਕ ਗਈ, ਪਰ ਜਿਸ ਹਿਸਾਬ ਨਾਲ ਉਹ ਵੀਡੀਓ ਆਉਂਦਾ ਹੈ ਅਤੇ ਉਸ ਜੋ ਪੰਜਾਬ ਪੁਲਿਸ ਦਾ ਜੋ ਸਾਬਕਾ ਅਫਸਰ ਹੈ ਉਹਦਾ ਜੋ ਵਰਤਾਰਾ ਹੈ ਉਹਦੇ 'ਚ ਹਾਲੇ ਵੀ ਇੰਨੀ ਜ਼ਿਆਦਾ ਵਹਿਸ਼ਤ ਲੁਕੀ ਹੋਈ ਦੱਸਦੀ ਹੈ। ਇਹਨੂੰ ਅਸੀਂ ਕਿਵੇਂ ਸਮਝੀਏ? ਦੇਖੋ ਰਮਨੀਤ ਸਿੰਘ, ਤੁਸੀਂ ਬੜਾ ਮਹੱਤਵਪੂਰਨ ਅਤੇ ਇੱਕ ਰੈਲੇਵੈਂਟ ਸਵਾਲ ਅੱਜ ਵਿਸ਼ਾ ਛੋਹਿਆ, ਕਿਉਂਕਿ ਜਦੋਂ ਮੈਂ ਦੇਖੀ ਸੀ ਉਹ ਵੀਡੀਓ ਤਾਂ ਮੈਨੂੰ ਵੀ ਇਹ ਲੱਗਿਆ ਸੀ। ਉਹਦੀ ਤੁਸੀਂ ਬਾਡੀ ਲੈਂਗੁਏਜ ਦੇਖੋ, ਉਹਦੀਆਂ ਅੱਖਾਂ ਦੇਖੋ, ਉਹ ਜਿਵੇਂ ਹਿੱਕ 'ਤੇ ਹੱਥ ਮਾਰ ਕੇ ਕਹਿੰਦਾ ਵੀ ਗੋਲੀ ਮੈਂ ਮਾਰੀ ਹੈ। ਸੋ ਆਪਾਂ ਇਹ ਤਾਂ ਕਾਫੀ ਦੇਖ ਚੁੱਕੇ ਹਾਂ, ਕਿੱਸੇ ਸੁਣ ਚੁੱਕੇ ਹਾਂ ਪੰਜਾਬ 'ਚ, ਹੈ ਨਾ। ਮੈਂ ਤਾਂ ਖੈਰ ਸਾਡੀ ਜਿਹੜੀ ਜਨਰੇਸ਼ਨ ਦੇ ਬੰਦੇ ਨੇ ਉਹਨਾਂ ਨੇ ਉਹ ਤਾਂ ਅੱਖੀਂ ਵੀ ਦੇਖ ਚੁੱਕੇ ਨੇ। ਇਹ ਇੱਕ ਲਹਿਰ ਨਹੀਂ ਦੋ ਲਹਿਰਾਂ ਦੇ ਪੰਜਾਬ ਦੇ ਵਿੱਚ। ਨਕਸਲੀ ਲਹਿਰ ਤੋਂ ਪਹਿਲਾਂ ਉਹ ਥੋੜ੍ਹਾ ਇੱਦੋਂ ਛੋਟੇ ਪੈਮਾਨੇ 'ਤੇ ਹੋਇਆ, ਫਿਰ ਖਾੜਕੂ ਲਹਿਰ ਦਾ ਵੱਡੇ ਪੈਮਾਨੇ 'ਤੇ ਹੋਇਆ। ਇਹ ਜਿਹੜਾ ਵਰਤਾਰਾ ਨਾ ਵੀ ਬੰਦਾ ਇੱਕ ਮਨੁੱਖ ਦੂਜੇ ਮਨੁੱਖ ਪ੍ਰਤੀ ਇੰਨਾ ਵਹਿਸ਼ੀ ਇੰਨਾ ਨਿਰਦਈ ਕਿਵੇਂ ਹੋ ਸਕਦਾ ਹੈ? ਇਹਦੇ 'ਚ ਦੋ ਤਿੰਨ ਗੱਲਾਂ ਜਿਹੜੀਆਂ ਜਿਨ੍ਹਾਂ 'ਤੇ ਅੱਜ ਵਿਚਾਰਨ ਦੀ ਲੋੜ ਹੈ। ਦੇਖੋ, ਇੱਕ ਤਾਂ ਇਹ ਗੱਲ ਸਮਝਣ ਦੀ ਲੋੜ ਹੈ ਕਿ ਇਹ ਜਿਹੜਾ ਵਰਤਾਰਾ ਹੈ ਇਹ ਕਿਸੇ ਇੱਕ ਦੇਸ਼ ਜਾਂ ਵਰਗ ਨਾਲ ਸੰਬੰਧਿਤ ਨਹੀਂ, ਇਹ ਸਰਬ ਵਿਆਪੀ, ਜਿਹਨੂੰ ਕਹੀਏ ਯੂਨੀਵਰਸਲ। ਇਹ ਨਹੀਂ ਵੀ ਆਹ ਦੇਸ਼ 'ਚ ਜ਼ੁਲਮ ਹੁੰਦਾ ਉਹਦੇ 'ਚ ਨਹੀਂ ਹੁੰਦਾ, ਜਾਂ ਇਸ ਵਰਗ 'ਤੇ ਹੁੰਦਾ ਦੂਜੇ 'ਤੇ ਨਹੀਂ ਹੁੰਦਾ। ਇਹ ਤਾਂ ਵਾਰੀ ਹੈ ਜਾਂ ਹਾਲਤਾਂ 'ਤੇ ਡਿਪੈਂਡ ਕਰਦਾ। ਜਦੋਂ ਉਹ ਹਾਲਤਾਂ ਬਣਦੀਆਂ ਤਾਂ ਉਦੋਂ ਕੋਈ ਵੀ ਦੇਸ਼ ਹੋਵੇ, ਕੋਈ ਵੀ ਵਰਗ ਹੋਵੇ, ਉਦੋਂ ਇਹ ਜਿਹੜੀ ਹੈ ਇੱਕ ਵਹਿਸ਼ਤ ਦੀ ਤਰੰਗ ਇਹ ਉੱਠਦੀ ਹੈ। ਸੋ ਇੱਕ ਤਾਂ ਇਹ ਹੈਗਾ ਯੂਨੀਵਰਸਲ ਸਰਬ ਵਿਆਪੀ। ਦੂਜਾ ਇਹ ਸਰਬਕਾਲੀ ਹੈ। ਸਰਬਕਾਲੀ ਤੋਂ ਭਾਵ ਇਹ ਨਹੀਂ ਕਿ ਮੱਧ ਯੁੱਗ 'ਚ ਹੁੰਦਾ ਸੀ
ਤੇ ਅੱਜ ਸੱਭਿਅਤਾ ਦਾ ਯੁੱਗ ਹੈ, ਜਮਹੂਰੀਅਤ ਦਾ ਯੁੱਗ ਹੈ, ਐਨਲਾਈਟਨਮੈਂਟ ਦਾ ਕਹਿੰਦੇ ਨੇ ਜਿਹਨੂੰ, ਹੈ ਨਾ, ਵੀ ਬੰਦਾ ਬਹੁਤ ਰੌਸ਼ਨ ਦਿਮਾਗ ਹੋ ਗਿਆ ਹੈ, ਗ੍ਰਹਿਾਂ 'ਤੇ ਪਹੁੰਚ ਗਿਆ, ਬੜੀਆਂ ਤਰੱਕੀਆਂ ਕੀਤੀਆਂ। ਪਰ ਇਸ ਮਾਮਲੇ 'ਚ ਆਪਾਂ ਦੇਖਾਂਗੇ ਨੌਜਵਾਨਾਂ ਵੀ ਕੋਈ ਫਰਕ ਨਹੀਂ ਪਿਆ। ਅੱਜ ਵੀ ਅੱਜ ਦੇ ਯੁੱਗ 'ਚ ਜਿਹਨੂੰ ਜਮਹੂਰੀਅਤ ਦਾ ਅਤੇ ਸੱਭਿਅਤਾ ਦਾ ਯੁੱਗ ਕਹਿੰਦੇ ਨੇ, ਪਿੱਛੇ ਜੇ 15 ਕੁ ਸਾਲ ਹੋਏ ਇੱਕ ਕਾਨਫਰੰਸ ਹੋਈ ਸੀ ਕੌਮਾਂਤਰੀ, ਕ੍ਰਾਈਮਸ ਅਗੇਂਸਟ ਹਿਊਮੈਨਿਟੀ। ਹੁਣ ਜਿਹੜੇ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਆ ਉਹ ਤਾਂ ਔਰਗੇਨਾਈਜ਼ਡ ਸਟੇਟ ਹੀ ਕਰੂ ਨਾ, ਇੰਡੀਵਿਜੂਅਲ ਕਿੰਨੇ ਕਰ ਦੂਗਾ। ਸੋ ਉਹਦਾ ਕੰਟੈਕਸਟ ਸੀ ਸਟੇਟ ਵੱਲੋਂ ਕੀਤੇ ਜਾਂਦੇ ਪਾਪ, ਮਨੁੱਖਤਾ ਦੇ ਖਿਲਾਫ ਉਹਨੂੰ ਇਹ ਨਾਂ ਦਿੱਤਾ ਗਿਆ। ਅਤੇ ਉਹਦੇ 'ਚ ਉਹਨਾਂ ਨੇ ਰਿਪੋਰਟ ਜਾਰੀ ਕੀਤੀ ਸੀ ਕਿ 73 ਦੇਸ਼ਾਂ 'ਚ ਅੱਜ ਵੀ ਇਹ ਕ੍ਰਾਈਮ ਚੱਲ ਰਿਹਾ ਹੈ ਭਿਆਨਕ ਰੂਪ 'ਚ। ਜੇ ਅੱਜ ਵੀ ਇਹ 73 ਦੇਸ਼ਾਂ 'ਚ ਚੱਲ ਰਿਹਾ ਹੈ ਜਮਹੂਰੀਅਤ ਦੇ ਯੁੱਗ 'ਚ, ਤਾਂ ਮਤਲਬ ਇਹ ਤਾਂ ਪ੍ਰੋਬਲਮ ਤਾਂ ਕੋਈ ਵੱਡੀ ਹੈ। ਇਹ ਮੱਧ ਯੁੱਗ 'ਚ ਤਾਂ ਆਪਾਂ ਨੂੰ ਪਤਾ ਹੀ ਹੈ, ਆਪਣੀ ਤਾਂ ਅਰਦਾਸ ਦਾ ਹਿੱਸਾ ਹੀ ਹੈ ਉਹ, ਵੀ ਕੀ ਕੁਛ ਹੁੰਦਾ। ਸਿੱਖ ਆਪਾਂ ਤਾਂ ਪਿੰਡੇ 'ਤੇ ਹੰਡਾਇਆ। ਬਾਕੀ ਤੁਸੀਂ ਕਬੀਲੀ ਲੋਕਾਂ ਦੇ ਵਿੱਚ ਵੀ ਇੱਕ ਕਬੀਲਾ ਦੂਜੇ 'ਤੇ ਕਿਵੇਂ ਕਰਦਾ ਸੀ, ਜੇ ਕਿਤੇ ਨਾਟਕ ਦੇਖੇ ਹੋਣ ਜਿਹੜੇ ਵੱਡੇ ਅੱਜ ਕੱਲ੍ਹ ਪ੍ਰਚਲਿਤ ਹੋਏ ਨੇ ਨਾ। ਸੋ ਇਹ ਜਿਹੜੀ ਬਿਰਤੀ ਹੈ ਨਾ ਬੰਦੇ ਦੇ ਅੰਦਰ, ਵੀ ਇਹ ਕੀ ਹੈ, ਜੇ ਇਹ ਮਤਲਬ ਸਰਬ ਵਿਆਪੀ ਹੈ ਅਤੇ ਸਰਬਕਾਲੀ ਹੈ, ਇਟ ਮੀਨਸ ਇਹਦਾ ਜਿਹੜਾ ਸੰਬੰਧ ਹੈ ਮਨੁੱਖੀ ਫਿਤਰਤ ਨਾਲ ਹੈ ਕਿਤੇ। ਸੋ ਮਨੁੱਖੀ ਫਿਤਰਤ ਨੂੰ ਥੋੜ੍ਹਾ ਸਮਝਣ ਦੀ ਲੋੜ ਹੈਗੀ ਹੈ। ਉਹਦੇ 'ਚ ਸੰਖੇਪ 'ਚ ਆਪਾਂ ਇਹ ਕਹਿ ਸਕਦੇ ਹਾਂ ਕਿ ਮਨੁੱਖ ਦੀ ਜਿਹੜੀ ਰਚਨਾ ਹੋਈ ਹੈ ਉਹ ਕੁਛ ਇਸ ਤਰੀਕੇ ਨਾਲ ਹੋਈ ਹੈ ਕਿ ਉਹਦੇ 'ਚ ਇਨਸਾਨ ਦੇ ਨਾਲ ਬੰਦੇ 'ਚ ਨਾ ਇੱਕ ਹੈਵਾਨ ਵੀ ਬੈਠਾ ਹੈ, ਜਿਹਨੂੰ ਅਸੀਂ ਐਨੀਮਲ ਇੰਸਟਿੰਕਟਸ ਕਹਿੰਦੇ ਹਾਂ। ਕੁਛ ਪਾਸ਼ਵੀ ਬਿਰਤੀਆਂ, ਕਿਉਂਕਿ ਹੈ ਤਾਂ ਇਹ ਐਨੀਮਲ ਵਰਲਡ 'ਚੋਂ ਹੀ ਆਇਆ ਨਾ ਮਨੁੱਖ, ਉਹ ਪੂਰੀ ਤਰ੍ਹਾਂ ਉਹ ਤੋਂ ਮੁਕਤ ਹੋ ਗਿਆ ਹੋਵੇ ਨਹੀਂ। ਸੋ ਜਿਹੜੀ ਹਿੰਸਾ ਦੀ ਬਿਰਤੀ ਹੈ ਅਤੇ ਵਹਿਸ਼ਤ ਦੀ, ਨਿਰਦਈ ਪੁਣੇ ਦੀ, ਧੱਕਾ ਕਰਨ ਦੀ, ਇਹ ਮਨੁੱਖੀ ਨਹੀਂ ਆਪਾਂ ਇਹਨੂੰ, ਇਟ ਇਜ਼ ਨਾਟ ਹਿਊਮਨ। ਇਹਨੂੰ ਆਪਾਂ ਕਹਿ ਸਕਦੇ ਹਾਂ ਇਹ ਐਨੀਮਲ ਇੰਸਟਿੰਕਟ ਹੈ, ਪਾਸ਼ਵੀ ਬਿਰਤੀ ਹੈ। ਸੋ ਬੰਦੇ ਦੇ ਅੰਦਰ ਇਨਸਾਨ ਦੇ ਨਾਲ ਨਾਲ ਹੈਵਾਨ ਵੀ ਬੈਠਾ ਹੁੰਦਾ ਹੈ, ਪਰ ਉਹ ਕਿਸੇ ਖਾਸ ਮੌਕੇ 'ਤੇ ਜਾ ਕੇ ਜਾਗਦਾ ਹੈ, ਨੋਰਮਲ ਹਾਲਤਾਂ 'ਚ ਨਹੀਂ। ਇੱਥੇ ਆ ਕੇ ਫਿਰ ਜਿਹੜੀਆਂ ਸਮਾਜਿਕ ਹਾਲਤਾਂ, ਉਹਦਾ ਰੋਲ ਆ ਜਾਂਦਾ ਹੈ ਮਹੱਤਵਪੂਰਨ, ਕਿ ਉਹ ਕਿਹੜੀਆਂ ਹਾਲਤਾਂ ਜਿੱਥੇ ਜਾ ਕੇ ਉਹ ਉਹਦੇ ਵਿੱਚ ਜਿਹੜੀਆਂ ਪਸ਼ੂ ਬਿਰਤੀਆਂ ਉਹ ਹਾਵੀ ਹੋ ਜਾਂਦੀਆਂ ਹਨ ਇਸ ਪੱਧਰ ਦੇ ਉੱਤੇ। ਉਹਦੇ 'ਚ ਆਪਾਂ ਜੇ ਦੇਖੀਏ ਸਾਰਾ ਮੋਟੀ ਜਿਹੀ ਨਜ਼ਰ ਮਾਰੀਏ, ਇੱਕ ਤਾਂ ਇਹ ਹੈ ਕਿ ਨਫ਼ਰਤ ਤੋਂ ਬਗੈਰ ਤੁਸੀਂ ਦੂਜੇ ਬੰਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਨਹੀਂ ਕਰ ਸਕਦੇ। ਨਫ਼ਰਤ ਵੀ ਮਾੜੀ ਮੋਟੀ ਨਹੀਂ, ਅੰਨੀ ਨਫ਼ਰਤ ਚਾਹੀਦੀ ਹੈ, ਦਿਲ ਵੀ ਕੰਬ ਜਾਂਦਾ ਨਾ। ਸੋ ਅੰਨੀ ਨਫ਼ਰਤ ਬਹੁਤ ਜ਼ਰੂਰੀ ਹੈ। ਹੁਣ ਪਿਆਰ ਅਤੇ ਨਫ਼ਰਤ ਇਹ ਦੋ ਉਲਟ ਗੱਲਾਂ ਹੈ। ਅਤੇ ਜੇ ਆਪਾਂ ਦੇਖੀਏ ਵੀ ਅਕਾਲ ਪੁਰਖ ਨੇ ਜਦੋਂ ਰਚਨਾ ਕੀਤੀ ਹੈ ਕੁਦਰਤ ਦੀ, ਸ੍ਰਿਸ਼ਟੀ ਦੀ, ਉਹਦਾ ਜਿਹੜਾ ਫੰਡਾਮੈਂਟਲ ਅਸੂਲ ਜਾਂ ਗੁਣ ਹੈ ਉਹ ਨਫ਼ਰਤ 'ਤੇ ਬੇਸਡ ਹੈ ਕਿ ਪਿਆਰ 'ਤੇ ਹੈ ਤਾਂ ਉਹ ਪਿਆਰ 'ਤੇ, ਜੋ ਨੈਚੁਰਲ ਹੈ। ਤੁਸੀਂ ਕਿਤੇ ਮੁਰਗੀ ਚੂਚਿਆਂ ਨੂੰ ਪਿਆਰ ਕਰਦੀ ਦੇਖੀ ਹੋਣੀ ਹੈ ਨਾ। ਡੰਗਰ ਪਸ਼ੂ ਵੀ ਆਪਦੇ ਬੱਚਿਆਂ ਨੂੰ, ਪੰਛੀ ਆਪਦੇ ਬੱਚਿਆਂ ਨੂੰ, ਅਤੇ ਮਨੁੱਖ ਦਾ ਤਾਂ ਆਪਾਂ ਨੂੰ ਪਤਾ ਹੀ ਹੈ। ਸੋ ਪਿਆਰ ਦਾ ਜਜ਼ਬਾ ਜਿਹੜਾ ਇਹ ਬਹੁਤ ਇੱਕ ਮੂਲ ਜਜ਼ਬਾ ਹੈ, ਪਰ ਇਹਦੇ ਨਾਲ ਹੀ ਜਿਵੇਂ ਨੇਕੀ ਦੇ ਨਾਲ ਬਦੀ ਪਈ ਹੈ, ਮਨੁੱਖ ਦੇ ਨਾਲ ਹੈਵਾਨ ਪਿਆ, ਇਨਸਾਨ ਦੇ ਨਾਲ, ਇਸੇ ਤਰ੍ਹਾਂ ਮਤਲਬ ਜਿਹੜੀ ਹੈ ਨਾ ਪਿਆਰ ਦੇ ਨਾਲ ਉਹ ਨਫ਼ਰਤ ਵੀ ਕਿਤੇ ਪਈ ਹੈ।
ਹੁਣ ਉਹ ਦੇਖੀਏ ਆਪਾਂ ਵੀ ਉਹ ਕਿਹੜੀਆਂ ਸਮਾਜਿਕ ਹਾਲਤਾਂ 'ਚ ਜਾ ਕੇ ਐਕਟੀਵੇਟ ਹੁੰਦੀ ਹੈ। ਉਹਦੇ 'ਚ ਆਪਾਂ ਸਾਰੇ ਸੰਸਾਰ ਦੇ ਇਤਿਹਾਸ 'ਤੇ ਨਜ਼ਰ ਮਾਰ ਕੇ ਦੇਖ ਲਓ, ਜਿਹੜੇ ਵੱਡੇ ਕਾਂਡ ਹੋਏ ਨੇ ਜਿਨ੍ਹਾਂ ਦੀ ਚਰਚਾ ਹੈ, ਵੀ ਜਦੋਂ ਇੱਕ ਵਰਗ ਦੇ ਮਨ 'ਚ ਦੂਜੇ ਵਰਗ ਪ੍ਰਤੀ ਬਹੁਤ ਨਫ਼ਰਤ ਪੈਦਾ ਹੋ ਜਾਂਦੀ ਹੈ, ਉਹਦਾ ਆਧਾਰ ਜਾਂ ਤਾਂ ਧਰਮ ਜਾਂ ਵਿਚਾਰਧਾਰਾ, ਇਦੋਂ ਬਿਨਾਂ ਨਹੀਂ। ਜਾਂ ਤਾਂ ਕੋਈ ਵਿਚਾਰਧਾਰਾ, ਜਦੋਂ ਤੁਹਾਨੂੰ ਇਹ ਲੱਗਦਾ ਕਿ ਦੂਜੇ ਜਿਹੜੀ ਮੈਥੋਂ ਵੱਖਰੀ ਵਿਚਾਰਧਾਰਾ ਉਹ ਸਹਿਣ ਨਹੀਂ ਹੁੰਦੀ, ਇਸੇ ਤਰ੍ਹਾਂ ਆਪਦੇ ਧਰਮ ਤੋਂ ਬਿਨਾਂ ਦੂਜੇ ਦਾ ਧਰਮ ਸਹਿਣ ਨਹੀਂ ਹੁੰਦਾ। ਸੋ ਇਹਨੂੰ ਆਪਾਂ ਜੇ ਇੱਕੋ ਹੈਡਿੰਗ 'ਚ ਲੈਣਾ ਹੋ ਤਾਂ ਵਿਚਾਰਧਾਰ ਕੀ ਹੈ, ਧਰਮ ਵੀ ਤਾਂ। ਸੋ ਬੰਦੇ ਦੀ ਇਹ ਪ੍ਰੋਬਲਮ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕਿ ਜੀਓ ਤੇ ਜਿਉਣ ਦਿਓ, ਇਹ ਮਨੁੱਖ ਤੋਂ ਮੰਗ ਕੀਤੀ ਜਾਂਦੀ ਹੈ ਵੀ ਇਨਸਾਨ ਦਾ ਫਰਜ਼ ਤਾਂ ਇਹ ਬਣਦਾ ਹੈ, ਪਰ ਇਹ ਫਰਜ਼ ਦੀ ਪਾਲਣਾ ਹੁੰਦੀ ਨਹੀਂ। ਇੱਕ ਬਿਰਤੀ ਨਾਲ ਇਹ ਹੈ ਕਿ ਜਿਉਂ ਪਰ ਮੇਰੇ ਮੁਤਾਬਕ, ਜਿਵੇਂ ਉਹ ਜਿਉਣਾ ਚਾਹੁੰਦਾ ਉਸ ਤਰ੍ਹਾਂ ਨਹੀਂ। ਅਤੇ ਉਹ ਇੱਕ ਵਿਅਕਤੀ ਤੋਂ ਆਪਾਂ ਨਾ ਦੇਖੀਏ, ਜੇ ਵਰਗਾਂ ਤੱਕ ਲੈ ਜਾਈਏ, ਫਿਰ ਇਹ ਵਰਤਾਰਾ ਵੱਡੀ ਪੱਧਰ 'ਤੇ ਵਾਪਰਦਾ ਹੈ। ਗੱਲ ਤਾਂ ਇੱਥੋਂ ਹੀ ਸ਼ੁਰੂ ਹੁੰਦੀ ਹੈ ਨਾ। ਜੋ ਸਾਡੇ 'ਤੇ 18ਵੀਂ ਸਦੀ 'ਚ 17ਵੀਂ ਸਦੀ 'ਚ ਜ਼ੁਲਮ ਹੋਏ, ਗੁਰੂ ਸ਼ਹੀਦ ਹੋਏ, ਇਹੀ ਸੀ ਨਾ ਕਿ ਮੁਗਲਾਂ ਨੂੰ ਸਾਡੇ ਧਰਮ ਦੇ ਅਸੂਲ ਅਤੇ ਉਹਦੇ 'ਚੋਂ ਨਿਕਲੀ ਸਾਡੀ ਜੀਵਨ ਸ਼ੈਲੀ ਮਨਜ਼ੂਰ ਨਹੀਂ ਸੀ। ਅਤੇ ਉਹਨਾਂ ਨੂੰ ਇਹ ਸੀ ਵੀ ਸਾਡੇ ਮੁਤਾਬਕ ਕਰੋ, ਅਤੇ ਜਿਹੜਾ ਉਹਨਾਂ ਮੁਤਾਬਕ ਢਲ ਜੂ ਉਹਨੂੰ ਕੁਛ ਨਹੀਂ, ਠੀਕ ਆ। ਉਦੋਂ ਤੋਂ ਲੈ ਕੇ ਜੇ ਆਪਾਂ ਹਿਟਲਰ ਤੱਕ, ਮੋਦੀ ਤੱਕ ਆ ਜਾਈਏ ਤਾਂ ਤਰੰਗ ਤਾਂ ਇਹੀ ਹੈ। ਸੋ ਨਫ਼ਰਤ ਐਵੇਂ ਖਿਲਾਅ 'ਚੋਂ ਨਹੀਂ ਪੈਦਾ ਹੁੰਦੀ, ਖਾਸ ਹਾਲਤਾਂ ਬਣਦੀਆਂ ਸਮਾਜਿਕ, ਜਦੋਂ ਉਹ ਇੱਕ ਤਰੰਗ ਉੱਠਦੀ ਹੈ। ਸੋ ਉਹ ਧਰਮ ਦੇ ਰੂਪ 'ਚ ਵੀ ਕਿਤੇ ਉੱਠ ਸਕਦੀ ਹੈ ਅਤੇ ਕਦੇ ਵਿਚਾਰਧਾਰਾ ਦੇ ਰੂਪ ਦੇ ਵਿੱਚ ਵੀ, ਅਤੇ ਫਿਰ ਉਹ ਰੂਪ ਲੈ ਜਾਂਦੀ ਹੈ ਅੱਜ ਦੇ ਯੁੱਗ 'ਚ ਤਾਂ ਖਾਸ ਕਰਕੇ ਕਿ ਰਾਜ ਪ੍ਰਤੀ ਵਫਾਦਾਰੀ ਦੀ ਮੰਗ ਕੀਤੀ ਜਾਂਦੀ ਹੈ। ਸੋਸਾਇਟੀ 'ਚ ਇੱਕ ਗੱਲ ਸਥਾਪਿਤ ਹੀ ਤੁਰੀ ਆਉਂਦੀ ਹੈ, ਓਬੀਡੀਐਂਸ ਟੂ ਅਥਾਰਟੀ। ਇੱਕ ਸਕੂਲ ਹੈ, ਜੇ ਮਾਸਟਰ ਹੈਡ ਮਾਸਟਰ ਦਾ ਕਹਿਣਾ ਨਹੀਂ ਮੰਨੂ, ਅਗਲਾ ਕਹੂਗਾ ਗੱਲ ਕਿਵੇਂ ਚੱਲ ਸਕਦੀ ਹੈ। ਹੁਣ ਇਹ ਗੱਲ ਤਾਂ ਜਾਇਜ਼ ਵੀ ਹੈ ਇੱਕ ਹਿਸਾਬ ਨਾਲ, ਪਰ ਇਹ ਕਿ ਜਾਇਜ਼ ਨਜਾਇਜ਼ ਹਰ ਹੁਕਮ ਮੰਨੇ। ਜਦੋਂ ਇਹ ਤੁਹਾਡੀ ਚੋਇਸ ਦਾ ਨਹੀਂ ਰਹਿ ਜਾਂਦਾ ਅਧਿਕਾਰ ਤੁਹਾਨੂੰ, ਵੀ ਜੋ ਠੀਕ ਤੁਹਾਡਾ ਹੁਕਮ ਹੋਊ ਮੰਨ ਲੂੰ, ਜੋ ਠੀਕ ਨਹੀਂ ਹੋਊ ਮੈਂ ਨਹੀਂ ਮੰਨੂ। ਇਹ ਸਿਸਟਮ ਜੇ ਤਾਂ ਦਿੰਦਾ ਕੋਈ, ਫਿਰ ਨਹੀਂ ਪ੍ਰੋਬਲਮ ਆਉਂਦੀ, ਪਰ ਉਹੀ ਗੱਲ ਇਹ ਸਿਸਟਮ ਦਿੰਦਾ। ਫੌਜ ਤੋਂ ਲੈ ਕੇ ਪਰਿਵਾਰ ਤੱਕ ਇਹ ਚੱਲ ਇਸ ਤਰ੍ਹਾਂ ਜਾਂਦਾ ਹੈ ਵੀ ਤੁਹਾਨੂੰ ਉਹ ਜਿਹੜੀ ਅਥਾਰਟੀ ਆ ਮੌਕੇ 'ਤੇ ਉਹਦਾ ਹੁਕਮ ਮੰਨਣਾ ਹੀ ਪਊਗਾ, ਅਤੇ ਨਹੀਂ ਉਹ ਜੇ ਨਹੀਂ ਮੰਨਦੇ ਉਹਦੀ ਕੀਮਤ ਅਦਾ ਕਰਨੀ ਪਊ। ਉਹ ਜੇ ਹੁਕਮ ਅਦੂਲੀ ਸਰਾਜ ਦੀ ਹੋ ਰਹੀ ਹੈ, ਸਟੇਟ ਦੀ ਹੋ ਰਹੀ ਹੈ, ਉਹ ਤਾਂ ਫਿਰ ਤੁਹਾਨੂੰ ਬਹੁਤ ਵੱਡੀ ਕੀਮਤ। ਪਰਿਵਾਰ 'ਚ ਹੋ ਰਹੀ ਹੈ, ਚਪੇੜਾਂ ਖਾ ਕੇ ਵੀ ਸਰ ਜਾਂਦਾ ਹੈ, ਜਾਂ ਗਾਲਾਂ ਜਾਂ ਝਿੜਕਾਂ ਖਾ ਕੇ। ਸਕੂਲ 'ਚ ਹੁੰਦੀ ਹੈ, ਚਲੋ ਤੁਹਾਡੀ ਬਦਲੀ ਹੋ ਜੂ ਜਾਂ ਮਾੜੀ ਮੋਟੀ ਵਿਭਾਗੀ ਸਜ਼ਾ ਹੋ ਜੂ, ਹੈ ਨਾ। ਸੋ ਗੱਲ ਤਾਂ ਇਹੀ ਹੈ ਵੀ ਤੁਸੀਂ ਵੀ ਤੁਹਾਡੀ ਆਪਦੀ ਚੋਇਸ ਕੋਈ ਨਹੀਂ, ਕੁਛ ਨੋਰਮਸ ਸੈੱਟ ਕਰਤੇ, ਤੁਹਾਨੂੰ ਉਹਦੇ ਮੁਤਾਬਕ ਚੱਲਣਾ ਪਊ। ਜਦੋਂ ਇਹ ਹਾਲਤ ਬਣ ਜਾਂਦੀ ਹੈ, ਫਿਰ ਮਨੁੱਖ ਨਹੀਂ ਰਹਿੰਦਾ, ਫਿਰ ਪੁਰਜਾ ਬਣਦਾ। ਵੀ ਤੁਹਾਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਵੀ ਤੁਸੀਂ ਸਟੇਟ ਮਸ਼ੀਨਰੀ ਦੇ ਪੁਰਜੇ ਹੋ ਬਸ, ਅਤੇ ਉਹਦੇ ਵਾਂਗੂ ਬਿਹੇਵ ਕਰੋ। ਅਤੇ ਜੇ ਆਪਦਾ ਮਤਲਬ ਅਸਰਟ ਕਰਨ ਦੀ ਕੋਸ਼ਿਸ਼ ਕਰੋਗੇ ਵਿਵੇਕ, ਤਾਂ ਫਿਰ ਤੁਹਾਨੂੰ ਸਜ਼ਾ ਹੋਊਗੀ। ਸੋ ਮੇਰਾ ਕਹਿਣ ਤੋਂ ਇਹ ਭਾਵ ਸੀ ਕਿ ਜਿਹੜੀ ਨਫ਼ਰਤ ਦੀ ਗੱਲ ਹੈਗੀ ਹੈ, ਉਹ ਫਿਰ ਉੱਥੋਂ ਆਉਂਦੇ ਆ ਵੀ ਹੁਕਮ ਅਦੂਲੀ। ਇੱਕ ਵਰਗ ਆਪਦੇ ਆਪ ਨੂੰ ਬਹੁ ਗਿਣਤੀ ਜਾਂ ਭਾਰੂ ਜਾਂ ਹਾਕਮ ਸਮਝਦਾ ਹੈ। ਉਹਨੂੰ ਜਦੋਂ ਲੱਗਦਾ ਕਿ ਦੂਜਾ ਕੋਈ ਵਰਗ ਜਿਹੜਾ ਮਤਹਿਤ ਹੈ,
ਮਹਿਕੂਮ ਹੈ, ਉਹ ਮੇਰੀ ਮੰਨ ਨਹੀਂ ਰਿਹਾ। ਉਹਦੇ ਅੰਦਰ ਫਿਰ ਕ੍ਰੋਧ ਦੀ ਛੱਲ ਉੱਠਦੀ ਹੈ ਇੱਕ। ਉਹ ਇਨਸਾਨੀ ਜਜ਼ਬਾ ਨਹੀਂ, ਉਹ ਪਸ਼ੂ ਪਾਸ਼ਵੀ ਹੈ, ਹਵਾਨੀਅਤ ਹੈ ਕਿ ਫਿਰ ਉਹਨੂੰ ਮਾਰਨ ਤੱਕ, ਕੁੱਟਣ ਤੱਕ ਕੁਛ ਵੀ ਉਹਨੂੰ ਕੀਤਾ ਜਾ ਸਕਦਾ ਹੈ। ਉੱਥੇ ਦਲੀਲ ਨਹੀਂ, ਗੱਲਬਾਤ ਦਾ ਦੌਰ ਖਤਮ ਹੈ ਉੱਥੇ। ਸੋ ਗੱਲ ਤਾਂ ਆਹੀ ਪਈ ਹੈ। ਸੋ ਜਿਹਦਾ ਮਤਲਬ ਜਦੋਂ ਮੈਂ ਇਹ ਕਹਿਣਾ ਕਿ ਧਰਮ ਜਾਂ ਵਿਚਾਰਧਾਰਾ ਜਿਹੜੀ ਹੈ ਉਹਦੇ 'ਚੋਂ ਨਫ਼ਰਤ ਨਿਕਲਦੀ ਹੈ, ਉਹਦੇ ਨਾਲ ਇੱਕ ਗੱਲ ਹੋਰ ਵੀ ਹੈਗੀ ਹੈ, ਜਿਹਦਾ ਮਤਲਬ ਉਹ ਧਰਮ ਜਾਂ ਉਹ ਵਿਚਾਰਧਾਰਾ ਕਿਤੇ ਨਾ ਕਿਤੇ ਪੱਖਪਾਤੀ ਹੈ, ਸਰਬੱਤ ਦੇ ਭਲੇ ਦੀ ਨਹੀਂ। ਜੇ ਸਰਬੱਤ ਦੇ ਭਲੇ ਦੀ ਹੋਊ ਫਿਰ ਇਹ ਗੱਲ ਨਹੀਂ ਨਿਕਲੂ, ਕਿਉਂਕਿ ਫਿਰ ਤਾਂ ਇਹ ਹੋਊ ਕਿ ਕੋਈ ਗੱਲ ਨਹੀਂ ਨੂੰ ਆਪਦੀ, ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ। ਜਿੱਥੇ ਡਾਇਵਰਸਿਟੀ ਦੀ ਗੱਲ, ਅਦਰਨੈਸ ਆਫ ਦੀ ਅਦਰ, ਦੂਜੇ ਦਾ ਦੂਸਰਾਪਣ ਕਬੂਲ ਕਰਨਾ, ਹੈ ਨਾ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਇੱਕ ਆਧਾਰ ਬਣਦੀਆਂ ਨੇ। ਸੋ ਆਪਾਂ ਉੱਥੇ ਹੀ ਫੇਰ ਆਈਏ। ਆਪਾਂ ਇਹ ਤਾਂ ਗੱਲ ਮੱਲ ਦੇਖ ਲਈ ਕਿ ਬੰਦੇ ਦੇ ਵਿੱਚ ਨੇਕੀ ਵੀ ਪਈ ਹੈ, ਬਦੀ ਵੀ ਪਈ ਹੈ, ਇਨਸਾਨ ਵੀ ਪਿਆ, ਹਵਾਨ ਵੀ ਪਿਆ, ਹੈ ਨਾ, ਪੁੰਨ ਵੀ ਪਿਆ, ਪਾਪ ਵੀ ਪਿਆ, ਪਿਆਰ ਵੀ ਪਿਆ, ਨਫ਼ਰਤ ਵੀ ਪਿਆ। ਪਰ ਉਹ ਕਿਹੜੀਆਂ ਹਾਲਤਾਂ ਬਣਦੀਆਂ ਜਿੱਥੇ ਜਾ ਕੇ ਜਿਹੜੀ ਨਕਾਰਾਤਮਕ ਹੈ, ਪਾਪ ਵਾਲੀ, ਬਦੀ ਵਾਲੀ, ਨਿਰਦਈ ਪੁਣੇ ਵਾਲੀ ਜਿਹੜੀ ਬਿਰਤੀ ਹੈ ਉਹ ਜ਼ੋਰ ਫੜ ਜਾਂਦੀ ਹੈ। ਉਹ ਉਦੋਂ ਹੀ ਹੈ ਜਦੋਂ ਤੁਸੀਂ ਆਪਦੇ ਆਪ ਨੂੰ ਜਾਂ ਤਾਂ ਪਾਵਰਫੁਲ ਹਾਕਮ ਸਮਝਦੇ ਹੋ ਜਾਂ ਮੈਜੋਰਟੀ ਸਮਝਦੇ ਹੋ। ਹੁਣ ਜਿਵੇਂ ਅੰਗਰੇਜ਼ ਤਾਂ ਮੈਜੋਰਟੀ ਵੀ ਨਹੀਂ ਸੀ, ਉਹਨਾਂ ਨੂੰ ਇਹ ਸੀ ਵੀ ਸਾਡੇ ਕੋਲ ਆਫਟਰ ਤਾਕਤ ਹੈ ਅਤੇ ਗਿਆਨ ਹੈ ਦੁਨੀਆ ਦਾ, ਅਤੇ ਇਹ ਕਿਵੇਂ ਹੋ ਸਕਦਾ ਵੀ ਇਹ ਜਿਹੜੇ ਸੱਭਿਅਕ ਲੋਕ ਨੇ ਸਾਡੀ ਗੱਲ ਨਾ ਮੰਨਣ, ਇਨਸਾਨ ਨੂੰ ਇਨਸਾਨ ਨਾ ਸਮਝਣਾ। ਸੋ ਇਸ ਕਰਕੇ ਜਿਹੜਾ ਧਰਮ ਇਹ ਇੱਕ ਨੂੰ ਬੜਾ ਜਨਰਲਾਈਜ਼ ਕਹਿੰਦਾ, ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ। ਸਾਰੇ ਮਜ਼ਹਬ ਇੱਕੋ ਤੁਸੀਂ ਥੋੜ੍ਹਾ ਕਹਿ ਦਿਓਗੇ, ਸਿਖਾਉਂਦੇ ਆ ਜਿਹੜੇ ਮਜ਼ਹਬ। ਹੁਣ ਜਿਹੜਾ ਮਜ਼ਹਬ ਇਹ ਕਹਿੰਦਾ ਦੂਜੇ ਨੂੰ ਵੀ ਤੂੰ ਆਜ਼ਾਦ ਨਹੀਂ, ਆਪਦੀ ਤੇਰੀ ਕੋਈ ਹਿਰਾਸਤੀ ਇੰਡੀਪੈਂਡੈਂਟ ਨਹੀਂ, ਤੂੰ ਸਾਡਾ ਮਤਹਿਤ ਅੰਗ ਹੈ, ਉਹ 'ਚੋਂ ਨਫ਼ਰਤ ਕਿਉਂ ਨਹੀਂ ਨਿਕਲੂ? ਉਹ ਤਾਂ ਨਿਕਲੂਗੀ। ਜਿਹੜਾ ਉਹ ਨਹੀਂ ਮੰਨੂ ਉਹਦੀ ਗੱਲ ਉਹਨੂੰ ਨਫ਼ਰਤ ਕਰੂਗਾ। ਹੁਣ ਜਿਹੜਾ ਮਜ਼ਹਬ ਇਹ ਕਹਿੰਦਾ ਕਿ ਕਾਫਰ ਨੂੰ ਇੱਥੇ ਜਿਉਣ ਦਾ ਹੱਕ ਹੀ ਕੋਈ ਨਹੀਂ, ਉਹ 'ਚ ਤਾਂ ਨਫ਼ਰਤ ਪਈ ਹੈ ਇਨਹੈਰੈਂਟ। ਜਿਹੜੀ ਵਿਚਾਰਧਾਰਾ ਇਹ ਕਹਿੰਦੀ ਹੈ ਮਤਲਬ ਕਿ ਜਿਹੜਾ ਅੱਜ ਤਿਰੰਗਾ ਨਹੀਂ ਲਹਿਰਾਊ ਘਰ ਦੇ ਉੱਤੇ ਉਹ ਦੇਸ਼ ਦਾ ਦੁਸ਼ਮਣ ਹੈ, ਅਤੇ ਦੇਸ਼ ਦੇ ਦੁਸ਼ਮਣ ਪ੍ਰਤੀ ਕੀ ਹੋਣਾ ਚਾਹੀਦਾ ਤਾਂ ਕੋਈ ਰੌਲਾ ਹੀ ਨਹੀਂ। ਸੋ ਇਹ ਦੇਸ਼ ਰਾਜ, ਇਹ ਗੱਲ ਤਾਂ ਵਫਾਦਾਰੀ ਦੀ ਹੈ ਵੀ ਭਾਈ ਆਹ ਪਈਆਂ ਗੱਲਾਂ ਇਹਨਾਂ ਪ੍ਰਤੀ ਵਫਾਦਾਰ ਹੋਣਾ ਪਊ। ਅਤੇ ਅਖੀਰ ਨੂੰ ਉਹਦਾ ਨਿਚੋੜ ਇਹ ਨਿਕਲਦਾ ਓਬੀਡੀਐਂਸ ਟੂ ਅਥਾਰਟੀ। ਉਹ ਅਥਾਰਟੀ ਦੇ ਅਲੱਗ-ਅਲੱਗ ਪੱਧਰ ਨੇ। ਸੋ ਉਹ ਜਦੋਂ ਵਾਇਲੇਸ਼ਨ ਦਿਖਦੀ ਹੈ ਨਾ ਕਿਤੇ, ਫਿਰ ਇਹ ਹੋਰ ਆਮ ਨੋਰਮਲ ਹਾਲਤ 'ਚ ਤਾਂ ਕੋਈ ਜ਼ੁਲਮ ਨਹੀਂ ਹੁੰਦਾ ਜੀ, ਉਦੋਂ ਤੁਸੀਂ ਮਤਲਬ ਉਹ ਜਿਉਂ ਜਾਂਦੇ ਹੋ। ਹੁਣ ਇਹ ਜਿਹੜੀ ਸਟੱਡੀ ਇਹ ਕਾਫੀ ਹੋਈ ਆ ਦੁਨੀਆ 'ਚ, ਕਿਉਂਕਿ ਪਹਿਲਾਂ ਤਾਂ ਕਿਸੇ ਨੇ ਬਹੁਤਾ ਇਹ 'ਤੇ ਕੰਮ ਨਹੀਂ ਕੀਤਾ। ਇਹ ਜਦੋਂ ਹੌਲੋਕਾਸਟ ਹੋਇਆ ਨਾ ਜਰਮਨੀ ਦੇ ਵਿੱਚ, ਹਿਟਲਰ ਦਾ ਵਰਤਾਰਾ ਯਹੂਦੀਆਂ ਵਾਲਾ ਆਇਆ, ਉਦੋਂ ਸ਼ੇਕਅਪ ਹੋਏ ਬੰਦੇ। ਜਿਹੜਾ ਭਰਮ ਪਾਲ ਲਿਆ ਸੀ ਵੀ ਇੱਕ ਤਾਂ ਵੀ ਇਹ ਯੂਰਪ 'ਚ ਨਹੀਂ ਇਹ ਗੱਲ ਹੁਣ ਹੋ ਸਕਦੀ, ਜਾਂ ਮੱਧ ਯੁੱਗ 'ਚ ਹੋ ਗਈਆਂ ਵੀ ਇਹ ਅੱਜ ਦੇ ਯੁੱਗ 'ਚ ਤਾਂ ਹੋਣੀ ਨਹੀਂ। ਜਿਸ ਪੈਮਾਨੇ 'ਤੇ ਜਿੰਨੀ ਭਿਆਨਕਤਾ ਨਾਲ ਹੋਇਆ ਉਹਨੇ ਸਭ ਕੁਛ ਬੰਦੇ ਦਾ ਵਿਸ਼ਵਾਸ ਹਿਲਾਤਾ। ਉਦੋਂ ਫਿਰ ਇਹਨੂੰ ਬਹੁਤ ਸਟੱਡੀਜ਼ ਕੀਤੀਆਂ ਗਈਆਂ ਯੂਨੀਵਰਸਿਟੀਆਂ ਤੋਂ ਲੈ ਕੇ ਹਰ ਜਗ੍ਹਾ ਦੇ ਉੱਤੇ, ਵੀ ਇਹ ਵਰਤਾਰੇ ਨੂੰ ਸਮਝੀਏ। ਫਿਰ ਜਿਹੜੇ ਉਹਨਾਂ ਨੇ ਬੰਦੇ ਫੜੇ ਜਿਨ੍ਹਾਂ 'ਤੇ ਮੁਕੱਦਮੇ ਚੱਲੇ, ਨਿਊਮਬਰਗ ਟ੍ਰਾਇਲਸ, ਉਹਨਾਂ ਕੋਲ ਟੀਮਾਂ ਦੀਆਂ ਟੀਮਾਂ ਗਈਆਂ, ਸਾਈਕਾਲੋਜਿਸਟਾਂ ਦੀਆਂ, ਸੋਸ਼ਿਆਲੋਜਿਸਟਾਂ ਦੀਆਂ, ਪੋਲੀਟੀਕਲ ਸਾਇੰਟਿਸਟਾਂ ਦੀਆਂ, ਅੱਡ-ਅੱਡ ਕੋਨਾਂ ਤੋਂ ਬੰਦਿਆਂ ਨੂੰ ਵੀ ਯਾਰ
ਉਹਨਾਂ ਨੂੰ ਕੁਐਸਚਨ ਕੀਤੇ ਗਏ ਵੀ ਤੁਸੀਂ ਕਿਉਂ ਕੀਤਾ ਇਹ। ਉਹਦੇ 'ਚ ਰਮਨੀਕ ਸਿੰਘ ਮੈਜੋਰਟੀ ਆਨਸਰ ਇਹ ਸੀ ਵੀ ਸਾਨੂੰ ਤਾਂ ਜੋ ਹੁਕਮ ਹੋਇਆ ਅਸੀਂ ਕਰਦੇ। ਇਟ ਮੀਨਸ ਓਬੀਡੀਐਂਸ ਟੂ ਅਥਾਰਟੀ, ਜੋ ਹੁਕਮ ਹੋਇਆ ਸੋ ਬੰਦਾ ਬਣ ਹੀ ਆਏ ਗਿਆ ਵੀ ਜੋ ਸਾਨੂੰ ਕਿਹਾ ਗਿਆ। ਫਿਰ ਇੱਕ 1971 'ਚ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ 'ਚ ਉਹਨਾਂ ਨੇ ਇੱਕ ਐਕਸਪੈਰੀਮੈਂਟ ਕੀਤਾ ਜਿਹਨੂੰ ਕਹਿੰਦੇ ਆ ਮਿਲਗ੍ਰਾਮ ਐਕਸਪੈਰੀਮੈਂਟ। ਉਹਦੇ 'ਚ ਕੀ ਕੀਤਾ ਵੀ ਇੱਕ ਜੇਲ੍ਹ 'ਚ ਉਹਨਾਂ ਨੇ ਕੁਛ ਬੰਦੇ ਸਿਲੈਕਟ ਕਰ ਲਏ ਕੈਦੀ, ਉਹਨਾਂ 'ਚੋਂ ਕੁਛ ਨੂੰ ਚੁਣ ਲਿਆ ਵੀ ਤੁਸੀਂ ਹੋ ਵਾਰਡਨ ਇਹਨਾਂ ਦੇ, ਦਰੋਗੇ ਜਾਂ ਜੋ ਵੀ ਹੈ, ਅਤੇ ਇਹਨਾਂ ਬੰਦਿਆਂ ਨੂੰ ਤੁਸੀਂ ਡਿਸਿਪਲਿਨ 'ਚ ਰੱਖਣਾ। ਰੈਂਡਮਲੀ ਚੁਣ ਲਏ ਬਸ। ਅਤੇ ਜਿਹੜੇ ਬੰਦੇ ਨਹੀਂ ਮੰਨਣਗੇ, ਡਿਸਿਪਲਿਨ 'ਚ ਨਹੀਂ ਰਹਿਣਗੇ, ਉਹਨਾਂ ਨੂੰ ਛੋਟੇ ਛੋਟੇ ਹਲਕੇ ਜਿਹੇ ਕਰੰਟ ਲਾਓ ਬਿਜਲੀ ਦੇ, ਸਜ਼ਾ ਦਿਓ। ਉਹ ਕਹਿੰਦੇ ਵੀ ਉਹਦੇ ਜਿਹੜੇ ਰਿਜ਼ਲਟ ਆਏ ਕੁਛ ਚਿਰ ਬਾਅਦ ਉਹਨਾਂ ਨੇ ਜਿਵੇਂ ਹਿਲਾ ਕੇ ਰੱਖਤਾ ਬੰਦਿਆਂ ਨੂੰ। ਉਹਨਾਂ ਹੀ ਕੈਦੀਆਂ 'ਚੋਂ ਚੁਣੇ ਬੰਦੇ ਉਹ ਹੌਲੀ ਹੌਲੀ ਬਿਲਕੁਲ ਉਵੇਂ ਬਣ ਗਏ ਜਲਾਦ। ਉਹ ਪਹਿਲਾਂ ਤਾਂ ਐਕਸਪੈਰੀਮੈਂਟ ਦੇ ਤੌਰ 'ਤੇ ਕਰੰਟ ਲਾਉਂਦੇ ਸੀ, ਮੁੜ ਕੇ ਉਹ ਚੀਕਾਂ ਕਢਾ ਕੇ ਉਹਨਾਂ ਨੂੰ ਸਵਾਦ ਆਉਣ ਲੱਗ ਗਿਆ। ਹੁਣ ਇਹ ਮਨੁੱਖੀ ਫਿਤਰਤ ਦੀ ਗੱਲ ਫੜੀ ਉਹਨਾਂ ਨੇ ਵੀ ਜਦੋਂ ਉਹ ਪੋਜੀਸ਼ਨ 'ਚ ਬੰਦਾ ਪਹੁੰਚੂ ਨਾ ਕਿਤੇ ਜਾ ਕੇ, ਉਦੋਂ ਉਹਨੇ ਇਸ ਤਰ੍ਹਾਂ ਕਰਨਾ ਹੀ ਕਰਨਾ ਹੈ। ਜਿਹਦਾ ਮਤਲਬ ਜਿੱਥੇ ਸਾਡੇ ਵਾਸਤੇ ਸਮਝਣ ਵਾਲੀ ਗੱਲ ਹੈ, ਇਹ ਕੋਈ ਰੱਬ ਨੇ ਨਹੀਂ ਇਸ ਤਰ੍ਹਾਂ ਬਣਾਇਆ ਵੀ ਤਾਂ ਹੋਣਾ ਹੀ ਹੋਣਾ ਹੈ। ਗੁਰੂਆਂ ਨੇ ਕੀ ਕੀਤਾ, ਸਿੱਖ ਨੂੰ ਐਲੀਵੇਟ ਕਰਤਾ। ਜਦੋਂ ਉਹ ਇਹੋ ਜਿਹੀਆਂ ਭਾਵਨਾਵਾਂ ਤੋਂ ਮੁਕਤ ਹੋ ਗਿਆ, ਬਦਲੇ ਦੀ ਭਾਵਨਾ ਨਹੀਂ, ਹੈ ਨਾ, ਜਿੱਥੋਂ ਫਿਰ ਕਨ੍ਹਈਆ ਪੈਦਾ ਹੋਇਆ, ਪਹਿਲੀ ਵਾਰੀ ਹੋਇਆ ਨਾ। ਇਹ ਰੈੱਡ ਕਰਾਸ ਤਾਂ ਇੱਕ ਸੋਚੀ ਸਮਝੀ ਜੀ ਪਖੰਡ ਜਿਹੀ ਹੈ। ਉਹ ਆਪਦੇ ਇੰਟਰਸਟ ਮੁਤਾਬਕ ਰੈੱਡ ਕਰਾਸ ਨੇ ਕਿੱਥੇ ਕੁਛ ਕਰਨਾ ਹੈ, ਉਹ ਉਸ ਤਰ੍ਹਾਂ ਹੀ ਕਰਦੇ ਨੇ। ਉਹ ਕੋਈ ਉਸ ਤਰ੍ਹਾਂ ਦੀ ਮਨੁੱਖੀ ਭਾਵਨਾ 'ਚੋਂ ਨਿਕਲੀ, ਸੇਵਾ ਭਾਵਨਾ 'ਚੋਂ ਨਿਕਲੀ ਗੱਲ ਨਹੀਂ, ਸਹਿਜ ਰੂਪ 'ਚ ਜਾਂ ਕੁਦਰਤੀ ਰੂਪ 'ਚ। ਸੋ ਜਿੱਥੋਂ ਕਨ੍ਹਈਆ ਵਰਗੇ ਪੈਦਾ ਹੋ ਸਕਦੇ ਨੇ, ਦੂਜਿਆਂ ਨੂੰ ਪਾਣੀ ਪਿਲਾਉਣ ਵਾਲੇ, ਉਹ ਫਿਰ ਸਾਡੀ ਜਿਹੜੀ ਪਈ ਹੈ ਨਾ, ਜਿਹੜੀ ਮੈਂ ਵਿਚਾਰਧਾਰਾ ਦੀ ਗੱਲ ਕਰਦਾ ਸੀ, ਉਹ ਵਿਚਾਰਧਾਰਾ ਦਾ ਸੰਦੇਸ਼ ਕੀ ਹੈ, ਸਾਰਾ ਉਪਦੇਸ਼ ਕੀ ਹੈ। ਹੁਣ ਜਿਵੇਂ ਆਨੰਦ ਸਾਹਿਬ 'ਚ ਆਉਂਦਾ, ਇਹੋ ਵਿਸ ਸੰਸਾਰ ਤੁਮ ਦੇਖ, ਹੈ ਨਾ, ਹਰੀ ਕਾ ਰੂਪ ਹੈ ਵੀ ਜਿੱਧਰ ਵੀ ਦੇਖੋ ਉਹੀ ਨਜ਼ਰ ਆਉਂਦਾ ਹੈ। ਤੇ ਹਰੀ ਬਿਨਾ ਵਰਨਾ ਕੋਈ। ਪਰ ਕੌਣ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟੀ ਹੋਈ। ਕੋਈ ਜਗਾਵੇ ਨਾ ਤੁਹਾਨੂੰ, ਕੋਈ ਐਲੀਵੇਟ ਕਰੇ ਵੀ ਭਾਈ ਇਹ ਜੋ ਤੂੰ ਦੇਖ ਰਿਹਾ ਸਭ ਕੁਛ ਕੀ ਹੈ। ਹੁਣ ਇਹ ਸੰਦੇਸ਼ ਤੇ ਸਿੱਖਿਆ ਤੂੰ ਦੂਜੇ ਥਾਵਾਂ 'ਤੇ ਕਿਸੇ ਵਿਚਾਰਧਾਰਾ 'ਚ ਹੈ। ਕਮਿਊਨਿਸਟ ਵਿਚਾਰਧਾਰਾ ਦਾ ਸਭ ਤੋਂ ਵੱਡਾ ਦਾਅਵਾ ਹੈ ਵੀ ਅਸੀਂ ਮਨੁੱਖ ਨੂੰ ਆਜ਼ਾਦ ਕਰਨਾ ਹੈ, ਮੁਕਤ ਕਰਨਾ ਹੈ। ਪਰ ਉਹਦੇ 'ਚ ਕਿੰਨੀ ਤੰਗ ਨਜ਼ਰੀ ਹੈ ਕਿ ਕੈਪੀਟਲਿਸਟ ਪ੍ਰਤੀ, ਜਾਂ ਜਿਹੜਾ ਸਾਡੇ ਨਾਲ ਸਹਿਮਤ ਨਹੀਂ, ਜਿਹੜਾ ਗੈਰ ਕਮਿਊਨਿਸਟ ਹੈ। ਅਤੇ ਗੈਰ ਕਮਿਊਨਿਸਟ ਕਹਿਣ 'ਚ ਤਾਂ ਮਿੰਟ ਹੀ ਲੱਗਦਾ ਨਾ, ਇਟ ਇਜ਼ ਸਬਜੈਕਟਿਵ। ਸੋ ਉੱਥੋਂ ਡਾਈਸੈਂਟ ਨਹੀਂ ਸਹਿਣ ਹੁੰਦਾ। ਇੱਕ ਬੰਦਾ ਪਾਰਟੀ ਦੇ ਅੰਦਰ ਸਵਾਲ ਖੜੇ ਕਰਦਾ ਵੀ ਯਾਰ ਇਟਸ ਨਾਟ ਮਾਰਕਸਿਜ਼ਮ, ਉਹ ਤੇ ਉਹਦੀ ਬ੍ਰਾਂਡਿੰਗ ਹੋ ਜਾਂਦੀ ਹੈ ਵੀ ਇਹ ਤਾਂ ਭਗੌੜਾ ਹੋ ਗਿਆ ਮਾਰਕਸਿਜ਼ਮ ਤੋਂ। ਉਹ ਠੱਪੇ ਬਣੇ ਹੋਏ ਨੇ ਉਹ ਲਾ ਕੇ। ਫਿਰ ਉਹ ਜ਼ੁਲਮ ਹੋਏ ਜਿਹੜੇ ਕਮਿਊਨਿਸਟ ਰਾਜਾਂ 'ਚ, ਜਿਹਨੇ ਬੰਦੇ ਖੰਬਾ ਕੇ ਰੱਖਤੇ। ਮਤਲਬ ਰੂਸ ਦੇ ਵਿੱਚ, ਚੀਨ 'ਚ, ਕੰਬੋਡੀਆ 'ਚ ਅਤੇ ਕਿਊਬਾ 'ਚ, ਜਿੱਥੇ ਵੀ ਰਾਜ ਆਇਆ। ਸੋ ਉਹਨਾਂ ਨੂੰ ਉਹ ਦ੍ਰਿਸ਼ਟੀ ਦਿੱਤੀ ਨਹੀਂ। ਸੋ ਜਿਹਦਾ ਮਤਲਬ ਇਹ ਸੀ ਕਿ ਬੰਦੇ ਨੇ ਅਜੇ, ਉਹਦੀ ਰਚਨਾ ਤਾਂ ਹੋ ਗਈ, ਬਣ ਤਾਂ ਗਿਆ ਉਹ, ਪਰ ਉਹਨੇ ਅਜੇ ਪੂਰਨਤਾ ਤੱਕ ਪਹੁੰਚਣਾ ਹੈ। ਇਹ ਜਿਹੜਾ 10 ਪਾਤਸ਼ਾਹੀਆਂ ਵਾਲਾ ਕੰਮ ਸੀ ਨਾ, 10 ਜਾਮਿਆਂ ਦਾ, ਉਹ ਇਹੀ ਸੀ ਕਿ ਇਹ ਟਾਈਮ ਲੱਗਣਾ ਸੀ। ਅਤੇ ਜਿੱਦਾਂ ਖਾਲਸੇ ਦੀ ਸਿਰਜਣਾ ਉੱਦਾਂ ਹੀ ਹੋਣੀ ਸੀ, ਜਿੱਦਾਂ ਉਹ ਪੂਰਨਤਾ ਤੱਕ ਪਹੁੰਚ ਗਿਆ।
ਉਦੋਂ ਬਾਅਦ ਕਿਸੇ ਪੈਗੰਬਰ ਦੀ ਲੋੜ ਨਹੀਂ ਸੀ, ਕਿਸੇ ਜਾਮੇ 'ਚ ਪ੍ਰਗਟ ਹੋਣ ਦੀ ਕੋਈ ਲੋੜ ਹੀ ਨਹੀਂ ਰਹਿ ਗਈ ਸੀ। ਕੰਮ ਤਾਂ ਹੋ ਗਿਆ ਜੋ ਪ੍ਰੋਜੈਕਟ ਸੀਗਾ। ਉਸ ਤੋਂ ਬਾਅਦ ਤਾਂ ਉਹਨਾਂ ਦੇ ਪੈਰੋਕਾਰਾਂ ਨੇ ਕਰਨਾ ਸੀ। ਪੈਗੰਬਰ ਤਾਂ ਆਪਦਾ ਕੰਮ ਕਰ ਗਏ ਸੀ। ਸੋ ਜਿਹੜਾ ਹੋਰ ਬਾਕੀਆਂ ਨਾਲੋਂ ਫਰਕ ਇਹ ਕੋਈ ਐ ਨਹੀਂ ਵੀ ਸੈਂਸ ਆਫ ਸੁਪੀਰੀਅਰਿਟੀ 'ਚੋਂ ਕਹਿੰਦੇ ਆ। ਤੁਸੀਂ ਬੜਾ ਦੇਖ ਲਓ, ਮਤਲਬ ਵੀ ਕਿਸੇ ਹੋਰ ਨੇ ਇਹ ਸੰਦੇਸ਼ ਦਿੱਤਾ, ਫਿਰ ਪ੍ਰੈਕਟਿਸ 'ਚ ਕਰਕੇ ਦਿਖਾਇਆ। ਹੁਣ ਭਾਈ ਕਨ੍ਹਈਆ ਅਗਲਾ ਕਹਿੰਦਾ ਇੱਕ ਇੰਡੀਵਿਜੂਅਲ ਉਦਾਹਰਨ ਸੀ। ਆਪਣੀ ਸਭ ਤੋਂ ਵੱਡੀ ਉਦਾਹਰਨ ਮਹਾਰਾਜਾ ਰਣਜੀਤ ਸਿੰਘ ਦੀ ਹੈ। 1 ਸਦੀ ਇੰਨੇ ਜ਼ੁਲਮ ਹੋਏ ਹੋਣ ਸਿਰੇ ਦੇ, ਉਦੋਂ ਬਾਅਦ ਤੁਹਾਡੇ ਹੱਥ 'ਚ ਤਾਕਤ ਆ ਜੇ ਤੇ ਤੁਸੀਂ ਬਦਲਾਖੋਰ ਨਾ ਹੋਵੋ। ਕਿਤੇ ਵੀ ਕੋਈ ਘਟਨਾ ਉਹੀ ਜਿਹੀ ਨਾ ਵਾਪਰੇ, ਜੇ ਵਾਪਰੀ ਕਿਤੇ ਤਾਂ ਕੰਟਰੋਲ ਕੀਤੀ। ਇਹ ਕਿਵੇਂ ਹੋ ਗਿਆ? ਇਟ ਮੀਨ ਜੋ ਸਾਨੂੰ ਸਿੱਖਿਆ ਦਿੱਤੀ ਗਈ, ਜੋ ਉਪਦੇਸ਼ ਮਿਲਿਆ ਗੁਰਬਾਣੀ 'ਚੋਂ, ਉਹ ਇਹ ਸਿਖਾਉਂਦਾ ਹੀ ਨਹੀਂ ਸੀ। ਬਾਕੀ ਸਾਰੀਆਂ ਵਿਚਾਰਧਾਰਾਵਾਂ ਇਹੀ ਕੰਮ ਕਰਦੇ ਆ, ਭਾਵੇਂ ਉਹ ਸੈਕੂਲਰਿਜ਼ਮ ਹੈ, ਭਾਵੇਂ ਲਿਬਰਲਿਜ਼ਮ ਹੈ, ਭਾਵੇਂ ਕਮਿਊਨਿਜ਼ਮ ਹੈ। ਉਹ 'ਚ ਤੰਗ ਨਜ਼ਰੀ ਇਨਹੈਰੈਂਟ ਹੈ। ਡਾਈਸੈਂਟ ਸਹਿਣ ਨਹੀਂ ਹੁੰਦਾ, ਉਹ ਨਫ਼ਰਤ ਦਾ ਆਧਾਰ ਹੈ। ਹੁਣ ਇਹ ਗੱਲਾਂ ਨੇ ਜਿਹੜੀਆਂ, ਇੱਕ ਤਾਂ ਵੀ ਤੁਹਾਡੇ ਅੰਦਰ ਨਫ਼ਰਤ ਜਾਗਣੀ, ਇੱਕ ਫਿਰ ਓਬੀਡੀਐਂਸ ਟੂ ਅਥਾਰਟੀ। ਫਿਰ ਉਹਨਾਂ ਨੇ ਕੁਝ ਫੋਰਸਾਂ ਤਿਆਰ ਕੀਤੀਆਂ ਇਹੀਆਂ ਜਿਹੀਆਂ ਜਿੱਥੇ ਕੁੱਟ-ਕੁੱਟ ਕੇ ਗੱਲ ਹੀ ਇਹ ਭਰੀ ਹੈ। ਫੌਜ ਤੇ ਪੁਲਿਸ, ਜਿਹਨੂੰ ਆਪਾਂ ਹਥਿਆਰਬੰਦ ਬਲ ਕਹਿੰਦੇ ਹਾਂ ਸਾਰੇ। ਉੱਥੇ ਤਾਂ ਸੰਦੇਸ਼ ਹੀ ਇੱਕੋ ਹੈ, ਟ੍ਰੇਨਿੰਗ ਹੀ ਇੱਕੋ ਹੈ ਨਾ, ਜੈਸ ਸਰ, ਬਸ ਹੁਕਮ ਹੋਣਾ ਤੇ ਹੁਕਮ ਦੀ ਪਾਲਣਾ ਹੋਣੀ, ਤੀਜੀ ਗੱਲ ਹੀ ਕੋਈ ਨਹੀਂ। ਹੁਣ ਤੂੰ ਦੱਸ, ਇਹ ਇਨਸਾਨੀ ਗੁਣ ਹੈ ਕਿਤੇ ਵੀ ਉਹਦੀ ਮੈਟ ਡੀਮੈਟ 'ਚ ਗੁਣ ਔਗਣ 'ਚ ਜਾਣ ਦੀ ਬਜਾਏ ਵੀ ਹੁਕਮ ਹੋ ਗਿਆ ਜੀ ਬਸ ਠੀਕ ਹੈ। ਅਤੇ ਜਿਹਨੂੰ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀਗਾ ਰਾਜੇਸ਼ੀ ਮੁਕੱਦਮ ਕੁੱਤੇ, ਕਿਉਂਕਿ ਇਹ ਕੰਮ ਕੁੱਤਿਆਂ ਦਾ ਹੁੰਦਾ ਹੈ, ਆਪਦੇ ਮਾਲਕ ਦੀ ਰਾਖੀ ਕਰਨਾ। ਕੁੱਤਾ ਮਾਲਕ ਪ੍ਰਤੀ ਵਫਾਦਾਰ ਹੁੰਦਾ ਬਹੁਤ, ਪਰ ਉਹਦੀ ਵਫਾਦਾਰੀ ਦਾ ਆਧਾਰ 'ਚ ਤਨ ਨਹੀਂ ਕੋਈ, ਬੁਰਕੀ ਹੈ। ਬੁਰਕੀ ਮਿਲੂ ਤਾਂ ਵਫਾਦਾਰ, ਉਹਦੀ ਵਫਾਦਾਰੀ ਬੁਰਕੀ ਨਾਲ ਖਰੀਦੀ ਗਈ ਹੈ ਜਾਂ ਉਹ 'ਚ ਪਾਲੀ ਗਈ ਹੈ। ਤਾਂ ਹੀ ਇਹ ਮੈਂ ਇੱਕ ਦਿਨ ਸੋਚਿਆ ਵੀ ਕਿਉਂ ਸ਼ਬਦ ਵਰਤਿਆ ਕੁੱਤੇ, ਮੁਕੱਦਮ ਕੁੱਤੇ। ਰਾਜੇ ਨੂੰ ਮੁਕੱਦਮ ਚਾਹੀਦੇ ਨੇ ਕੁੱਤੇ ਜਿਹੜੇ ਉਹਦੀ ਰਾਖੀ ਕਰਨ। ਹੁਣ ਇਹ ਤਾਂ ਬੜੀ ਕਰੂਡ ਲੈਂਗੁਏਜ 'ਚ ਗੱਲ ਹੋ ਗਈ ਅਤੇ ਤੁਸੀਂ ਉਹਨੂੰ ਹਥਿਆਰਬੰਦ ਬਲ ਕਹਿ ਦਿਓ। ਉੱਥੇ ਬੁਰਕੀ ਹੈ। ਅੱਜ ਕਹਿ ਦਿਓ ਵੀ ਬਿਨਾਂ ਤਨਖਾਹ ਤੋਂ ਸੇਵਾ ਕਰਨੀ ਹੈ, ਜਾਂ ਕੋਈ ਪ੍ਰਮੋਸ਼ਨਾਂ ਨਹੀਂ, ਕੋਈ ਇਨਾਮ ਸਨਮਾਨ ਨਹੀਂ, ਤੇਰਾ ਖਿਆਲ ਕਰਨਗੇ? ਕਿਹੜੀ ਚੀਜ਼ ਕਰਵਾਉਂਦੀ ਆ ਉਹਨਾਂ ਤੋਂ? ਲਾਲਚ। ਅਤੇ ਕੁੱਤੇ ਦਾ ਸੁਭਾਅ ਹੀ ਲਾਲਚੀ ਹੁੰਦਾ ਨਾ, ਗਰੀਡੀ ਡੌਗ ਜਿਹਨੂੰ ਕਹਾਣੀਆਂ ਵੀ ਬਣੀਆਂ। ਇਟ ਮੀਨਸ ਬੰਦੇ 'ਚ ਉਹ ਇਨਸਟਿੰਕਟ ਜਿਹੜੀ ਹੈ ਇੱਕ ਪਸ਼ੂ ਵਾਲੀ, ਉਹ ਕੁੱਤੇ ਤੋਂ ਲੈ ਲਈ ਹੈ। ਉਹ ਇਹਨਾਂ ਨੇ ਮੈਨੀਪੂਲੇਟ ਕਰ ਲਈ, ਜਿਹੜੇ ਵੱਡੇ ਦਿਮਾਗ ਹੁੰਦੇ ਨੇ, ਸਟੇਟ ਜਿਨ੍ਹਾਂ ਨੇ ਚਲਾਉਣੀ ਹੈ, ਉਹਨੂੰ ਨਾਂ ਹੋਰ ਦੇ ਤੇ, ਸਨਮਾਨਯੋਗ ਰੈਂਕ ਬਣਾ ਤੇ, ਹੈ ਨਾ, ਇਮਤਿਹਾਨ ਰੱਖ ਲਏ ਵਿੱਚ, ਤਾਂ ਜੀ ਐਨ ਚੁਣਵੇਂ ਦਿਮਾਗ ਹੀ ਆਉਣਗੇ ਜਿਹੜੇ ਐਨ ਸਿਰੇ ਦੇ ਬੰਦੇ। ਕੰਮ ਤਾਂ ਕੀਤਾ ਤਾਂ ਇੱਕੋ ਹੀ ਹੋਊ ਨਾ, ਵੀ ਉਸ ਹਕੂਮਤ ਦੀ ਵਫਾਦਾਰੀ। ਆਪਦਾ ਨਹੀਂ ਕਿਤੇ ਕੁਛ ਕਰ ਸਕੂ, ਜਿਹੜਾ ਕਰੂਗਾ ਉਹ ਨੌਕਰੀ 'ਚ ਰਹਿੰਦਾ ਨਹੀਂ। ਉਹ ਨਿਕਲਦੇ ਨੇ ਜਿਹੜੇ ਬੰਦੇ, ਮਤਲਬ ਇੱਕਾ ਦੁੱਕਾ ਜਿਨ੍ਹਾਂ 'ਚ ਇਨਸਾਨੀਅਤ ਨਹੀਂ ਮਰਦੀ, ਉਹ ਕੁਛ ਚਿਰ ਬਾਅਦ ਅਸਤੀਫਾ ਦੇ ਦਿੰਦੇ ਨੇ ਵੀ ਅਸੀਂ ਇਹ ਕੰਮ ਨਹੀਂ ਕਰ ਸਕਦੇ। ਇਹ ਕੰਡੀਸ਼ਨਸ ਜਿਹੜੀਆਂ ਮੈਂ ਗੱਲ ਕੀਤੀ ਸੀ ਜਨਰਲੀ, ਜਿੱਥੋਂ ਜਾ ਕੇ ਇਹ ਆਪਾਂ ਕਿਉਂਕਿ ਸਮਝੀਏ ਵੀ ਯਾਰ ਇਹ ਇਕੱਲੇ ਇੱਕ ਦੇਸ਼ 'ਚ ਤਾਂ ਹੈ ਨਹੀਂ, ਫਿਰ ਇੱਕ ਯੁੱਗ 'ਚ ਨਹੀਂ, ਇਹ ਕਿਉਂ ਇਹ ਸਿਲਸਿਲਾ ਚੱਲੀ ਜਾਂਦਾ ਹੈ? ਉਹ ਸਿਲਸਿਲਾ ਦੇ ਆਧਾਰ ਆ ਪਿਆ ਹੈ। ਹੁਣ ਇਹ ਬੰਦੇ ਦੇ ਮਨ 'ਚ ਆ ਗਈ ਵੀ ਯਾਰ ਰਾਜ ਪ੍ਰਤੀ ਦੇ ਤਾਂ ਫਿਰ ਕੋਈ ਰੌਲਾ ਹੀ ਨਹੀਂ। ਆ GVS ਸਿੱਧੂ ਦੀ ਤੁਸੀਂ ਗੱਲਬਾਤ ਸੁਣੀ ਹੋਣੀ ਹੈ ਪ੍ਰੋ ਪੰਜਾਬ TV 'ਤੇ ਨਾ,
ਉਹਨੂੰ ਜਦੋਂ ਕਿਹਾ ਵੀ ਤੁਹਾਡੇ ਤੇ ਇਹ ਦੋਸ਼ ਲੱਗਦਾ ਵੀ ਤੁਸੀਂ ਤਾਂ ਰਾਸ਼ਟਰਵਾਦੀ ਹੋ, ਨੈਸ਼ਨਲਿਸਟ ਹੋ, ਉਹਨੂੰ ਲੱਗਿਆ ਹੱਦ ਹੋ ਗਈ ਯਾਰ, ਇਹ ਕੋਈ ਦੋਸ਼ ਹੈ? ਇਹ ਤਾਂ ਮਾਣ ਵਾਲੀ ਗੱਲ ਹੈ ਵੀ ਕਿਉਂ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਰੀ ਉਹਨਾਂ ਦੀ ਪ੍ਰੋਗਰਾਮਿੰਗ ਹੀ ਐਂ ਹੋਈ ਹੈ। ਹੁਣ ਜੇ 1 ਮਿੰਟ ਉਹ ਸੋਚੇ ਵੀ ਕਿਉਂ ਇਨਸਾਨੀਅਤ ਵੱਡੀ ਕਿ ਰਾਸ਼ਟਰ ਵੱਡਾ? ਧਰਮ ਤੋਂ ਵੀ ਇਸ ਤਾਂ ਕਹਿੰਦੇ ਆ, ਇਨਸਾਨੀਅਤ ਤੋਂ ਵੱਡਾ ਤਾਂ ਕੋਈ ਧਰਮ ਨਹੀਂ ਨਾ, ਫਿਰ ਧਰਮ ਕੀ ਰਹਿ ਗਿਆ? ਕੋਈ ਵਿਚਾਰਧਾਰਾ, ਕੋਈ ਧਰਮ, ਕੁਛ ਵੀ ਹੋਰ ਇਨਸਾਨੀਅਤ ਤੋਂ ਉੱਪਰ ਨਹੀਂ ਹੋ ਸਕਦਾ। ਸੋ ਪੈਮਾਨਾ ਇਨਸਾਨੀਅਤ ਹੈ। ਜਿੱਥੇ ਇਨਸਾਨੀਅਤ ਨੂੰ ਹਾਨੀ ਹੁੰਦੀ ਹੈ, ਜਿਹੜੀ ਵੀ ਚੀਜ਼ ਕਰੂਗੀ ਉਹ ਗਲਤ ਹੈ। ਅਤੇ ਸਾਡਾ ਰਾਸ਼ਟਰਵਾਦ ਨਾਲ ਰੌਲਾ ਇਹ ਹੈ। ਉਹਨਾਂ ਵਾਸਤੇ ਉਹ ਇੰਨਾ ਨੈਚੁਰਲ, ਇੰਨਾ ਕੁਦਰਤੀ ਲੱਗ ਰਿਹਾ ਵੀ ਲੱਦ ਹੋਊਗੀ, ਕਿਉਂਕਿ ਚੁਣੇ ਉਸ ਤਰ੍ਹਾਂ ਗਏ ਨਾ, IPS ਬਣੇ ਉਸ ਤਰ੍ਹਾਂ ਨਾ। ਉਹਨਾਂ ਨੇ ਅਹੁਦਾ ਉਹ ਆਪਦੀ ਸੱਤਾ ਦਾ ਪਾਲਿਆ, ਆਨੰਦ ਮਾਣਿਆ ਉਹਦਾ। ਸੋ ਇਹ ਹੈ ਮਾਨਸਿਕਤਾ ਇਸ ਤਰ੍ਹਾਂ ਢਲ ਜਾਂਦੀ, ਉਹਨੂੰ ਲੱਗਦਾ ਹੀ ਨਹੀਂ ਵੀ ਅਸੀਂ ਪਾਪ ਕਰ ਰਹੇ ਹਾਂ। ਬੰਦੇ ਨੂੰ ਇਹ ਲੱਗਣਾ ਚਾਹੀਦਾ ਮੈਂ ਪੁੰਨ ਕਰ ਰਿਹਾ, ਮੈਂ ਠੀਕ ਕੰਮ ਕਰ ਰਿਹਾ। ਨਹੀਂ ਸੌਂਗਾ ਕਿਵੇਂ? ਇੰਨਾ ਬੋਝ ਆਤਮਾ ਤੇ ਜ਼ਮੀਰ ਤੇ ਕਿਵੇਂ ਲਊ? ਜਿਵੇਂ ਯਹੂਦੀਆਂ ਵੇਲੇ ਨਾ ਕੰਸਨਟ੍ਰੇਸ਼ਨ ਕੈਂਪ 'ਚ ਇੱਕ ਬੰਦੇ ਨੂੰ ਬਹੁਤ ਟੌਰਚਰ ਹੋਇਆ। ਮੈਂ ਉਹਦੇ ਮਮਾਇਰਜ਼ ਪੜ੍ਹ ਰਿਹਾ ਸੀ। ਉਹ ਕਹਿੰਦਾ ਵੀ ਮੈਨੂੰ ਪਹਿਲਾਂ ਤਾਂ ਬੜਾ ਗੁੱਸਾ ਹੈ, ਫਿਰ ਮੈਨੂੰ ਐਂ ਲੱਗਿਆ ਵੀ ਜਿਹੜਾ ਬੰਦਾ ਯਾਰ ਮੇਰੇ 'ਤੇ ਜ਼ੁਲਮ ਕਰ ਰਿਹਾ ਹੈ, ਕਹਿੰਦਾ ਇੱਕ ਸਟੇਜ 'ਤੇ ਜਾ ਕੇ ਮੈਨੂੰ ਉਹ 'ਤੇ ਤਰਸ ਆਉਣ ਲੱਗ ਗਿਆ ਵੀ ਯਾਰ ਇਹਨੇ ਸ਼ਾਮ ਨੂੰ ਆਪਦੇ ਘਰੇ ਵੀ ਜਾਣਾ ਹੈ, ਆਪਦੇ ਬੱਚਿਆਂ ਦੇ ਸਾਹਮਣੇ ਵੀ ਹੋਣਾ ਹੈ, ਇੰਨਾ ਪਾਪ ਕਰਕੇ ਹੀ ਸਾਰੇ ਕੁਛ ਨੂੰ ਕਿਵੇਂ ਜੇ ਫੇਸ ਕਰੂਗਾ? ਪਰ ਉਹ ਮੁਕਤ ਹੋ ਜਾਂਦਾ, ਉਹ ਰੈਸ਼ਨਲਾਈਜ਼ ਕਰ ਚੁੱਕਿਆ ਹੁੰਦਾ ਵੀ ਮੈਂ ਪੁੰਨ ਦਾ ਕੰਮ ਕਰ ਰਿਹਾ। ਇਹ ਜਿਹੜਾ ਤੁਸੀਂ ਹਰਿੰਦਰ ਚਾਹਲ ਦੀ ਗੱਲ ਕੀਤੀ ਹੈ ਨਾ, ਜਿਹੜਾ ਅੱਜ ਵੀ ਹਿੱਕ ਠੋਕ ਕੇ ਕਹਿ ਰਿਹਾ ਹੈ ਹਾਂਜੀ ਕਿ ਮੈਂ ਗੋਲੀ ਮਾਰੀ ਚਮਕੀਲੇ ਦੇ ਕਾਤਲਾਂ ਨੂੰ, ਚਲੋ ਉੱਥੇ 2-3 ਗੱਲਾਂ ਮੈਨੂੰ ਤਾਂ ਉਂਝ ਹੀ ਇਤਰਾਜ਼ਯੋਗ ਲੱਗੀਆਂ। ਇੱਕ ਤਾਂ ਸਿੱਧੂ ਮੂਸੇਵਾਲੇ ਦੀ ਤੁਲਨਾ ਚਮਕੀਲੇ ਨਾਲ ਕਰਨੀ, ਇਹ ਤਾਂ ਬਹੁਤ ਵੱਡੀ ਕੁਰਾਹਤ ਹੈ, ਉਹ ਜੱਡਪਣਾ ਹੈ ਜਾਂ ਬੇਸ਼ਰਮੀ ਹੈ, ਅਗਿਆਨਤਾ ਹੈ। ਤੁਸੀਂ ਦੋਹਾਂ ਦੇ ਗੀਤ ਚੁੱਕ ਲਓ। ਇੱਕ ਨੇ ਸਾਰਾ ਕੈਰੀਅਰ, ਉਹਦੀ ਸਾਰੀ ਮਸ਼ਹੂਰੀ ਦਾ ਆਧਾਰ ਹੀ ਔਰਤ ਦਾ ਜਿਹੜਾ ਹੈਗਾ ਨਾ, ਇੱਕ ਨੀਵੇਂ ਪੱਧਰ ਦਾ ਸਵਾਦ ਦੇਣਾ ਬੰਦਿਆਂ ਨੂੰ, ਕਾਮਕ, ਹੋਰ ਕੋਈ ਸੰਦੇਸ਼ ਨਹੀਂ ਵੱਡਾ ਗੀਤਾਂ 'ਚ। ਅਤੇ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਸੰਦੇਸ਼ ਦੇਖੋ। ਉੱਥੇ ਮੈਨੂੰ ਦੁੱਖ ਇੱਕ ਹੋਰ ਲੱਗਿਆ ਕਿ ਨਾਲ ਸਿੱਧੂ ਮੂਸੇਵਾਲੇ ਦਾ ਬਾਪ ਵੀ ਖੜਾ, ਸਰਦਾਰ ਬਲਕੌਰ ਸਿੰਘ। ਜਦੋਂ ਉਹ ਭੋਗ 'ਤੇ ਬੋਲਿਆ ਸੀ, ਸੰਸਕਾਰ ਮੌਕੇ ਵੀ ਉਹਦੇ ਹੌਸਲੇ ਦੀ, ਉਹਦੀ ਸੂਝ ਸਿਆਣਪ ਦੀ, ਉਹਦੇ ਲਫ਼ਜ਼ ਇੱਕ ਤੋਲ ਕੇ ਬੋਲਿਆ ਸੀ ਉਹ ਭੋਗ 'ਤੇ, ਉਹਦੀ ਬੜੀ ਸ਼ਲਾਘਾ ਹੋਈ ਸੀ। ਸੋ ਇਹ ਹੁਣ ਉਹਦੇ ਸਾਹਮਣੇ ਵੀ ਇੱਕ ਸਵਾਲ ਖੜਾ ਹੋ ਗਿਆ ਹੈ ਕਿ ਜੇ ਇਹੋ ਜਿਹੇ ਬੰਦੇ ਵੀ ਆ ਕੇ ਉਹਦੀ ਵਿਰਾਸਤ ਨੂੰ, ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰਨਗੇ, ਕਾਤਲ, ਲੁਟੇਰੇ, ਵਹਿਸ਼ੀ, ਇਹ ਤਾਂ ਬਹੁਤ ਨੁਕਸਾਨ ਹੋ ਰਿਹਾ ਉਹਦਾ। ਨਾਲੇ ਤਾਂ ਕੋਈ ਰੌਲਾ ਨਹੀਂ ਹੋਣਾ ਚਾਹੀਦਾ ਬਲਕੌਰ ਸਿੰਘ ਨੂੰ ਵੀ ਕਿ ਮੇਰੇ ਪੁੱਤ ਦੀ ਵਿਰਾਸਤ ਕੀ ਸੀ। ਉਹ ਤਾਂ ਇਹ ਕਹਿੰਦਾ ਵੀ ਜਿਹੜੇ ਸਾਡੇ ਲਈ ਯੋਧੇ ਨੇ, ਤੈਨੂੰ ਕਾਤਲ ਲੱਗਣ ਹਵਾਰੇ ਨਹੀਂ, ਇਸੇ ਕਰਕੇ ਨਹੀਂ ਬਣਦੀ ਤੇਰੇ ਨਾਲ ਸਾਡੀ ਤੇਰੇ ਨਾਲ ਸਰਕਾਰੇ ਨਹੀਂ। ਕਿੱਡੀ ਕਲੀਅਰ ਗੱਲ ਹੈ ਵੀ ਜਿਹੜੇ ਤੇਰੇ ਲਈ ਕਾਤਲ ਸਾਡੇ ਯੋਧੇ ਨੇ, ਉਹ ਸਿੱਧੀ ਗੱਲ ਹੈ। ਇਹ ਕਾਤਲਾਂ ਨਾਲ ਖੜ ਕੇ ਜੇ ਉੱਥੇ ਉਹ ਗੱਲ ਕਰ ਰਹੇ ਆ, ਚਲੋ ਤਾਂ ਉਹਦਾ ਕੋਈ ਦੋਸ਼ ਨਹੀਂ ਹੋਣਾ ਸ਼ਾਇਦ, ਕੀ ਕਰੇ ਹੈ ਨਾ, ਘਰੇ ਬੰਦਾ ਆ ਗਿਆ। ਪਰ ਗਾਂਹ ਨੂੰ ਥੋੜ੍ਹਾ ਜਿਹਾ ਇਸ ਗੱਲ ਦੇ ਉੱਤੇ ਚੌਕਸ ਰਹਿਣਾ ਪਊਗਾ, ਕਿਉਂਕਿ ਗੱਲ ਆਪਦੇ ਪੁੱਤ ਦੀ ਜਿਹੜੀ ਹੈਗੀ ਆ ਵਿਰਾਸਤ, ਉਹਨੂੰ ਵੀ ਬਚਾਉਣ ਦੀ ਆ ਨਾ। ਬੁੱਤ ਨੇ ਕੀ ਕਰ ਲੈਣਾ ਉੱਥੇ? ਬੁੱਤ ਤਾਂ ਕੁਛ ਨਹੀਂ ਹੁੰਦਾ, ਨਿਰਜਿੰਦ ਹੁੰਦਾ ਉਹ ਤਾਂ। ਗੱਲ ਤਾਂ ਉਹਦੀ ਵਿਰਾਸਤ ਹੈ। ਉਹ ਜਿਹੜਾ ਜਿੰਨਾ ਇਕੱਠ ਹੋਇਆ, ਜਿੰਨਾ ਲੋਕਾਂ ਨੇ ਪਿਆਰ ਦਿੱਤਾ, ਉਹਦੇ 'ਚ ਇੱਕ ਸਮਝ, ਸੋਚ ਪਈ ਸੀ। ਉਹ ਸੋਚ ਨੂੰ ਸਲਾਮ ਸੀਗਾ ਲੋਕਾਂ ਦਾ। ਸੋ ਉਹ ਸੋਚ ਨੂੰ ਕਿਤੇ ਡਿਲਿਊਟ ਨਾ ਹੋਣ ਦੇ। ਮੈਨੂੰ 2 ਗੱਲਾਂ 'ਤੇ ਇਤਰਾਜ਼ ਰੱਖ ਗਿਆ ਸੀ। ਚਲੋ ਆਪਾਂ ਦੂਜੀ ਗੱਲ ਬਹੁਤੀ ਨਹੀਂ ਕਰਦੇ। ਇੱਕ ਜਦੋਂ ਉਹਦੇ ਕਾਤਲਾਂ ਦਾ ਐਨਕਾਊਂਟਰ ਹੋਇਆ,
ਭਾਖਣੇ ਪਿੰਡ ਦੇ ਵਿੱਚ, ਉੱਥੇ ਵੀ ਮੇਰੇ ਮੁਤਾਬਕ ਇਹਦਾ ਜਾ ਕੇ ਬੋਲਣਾ ਬਣਦਾ ਨਹੀਂ ਸੀ। ਪਹਿਲੀ ਗੱਲ ਤਾਂ ਵੀ ਤੇਰੇ ਪੁੱਤ ਦੇ ਤਾਂ 1000 ਬੰਦਾ ਮਰ ਕੇ ਵੀ ਉਹ ਪੁੱਤ ਨਹੀਂ ਵਾਪਸ ਮੁੜਨਾ। ਵੀ ਕੱਲ੍ਹ ਤੱਕ ਆਪਾਂ ਕਹਿੰਦੇ ਰਹੇ ਇਹਨਾਂ ਨੇ ਪਾਲੇ ਹੋਏ ਨੇ, ਇਹਨਾਂ ਨੇ ਪਾਲੇ ਹੋਏ ਨੇ, ਹੁਣ ਉਹ ਤੁਹਾਡੀਆਂ ਮਤਲਬ ਤੁਹਾਡਾ ਕਾਲਜਾ ਜਿਹਾ ਠੰਡਾ ਕਰਨ ਵਾਸਤੇ 2 ਬੰਦੇ ਗਰੀਬਾਂ ਦੇ ਮਾਰਤੇ ਚੱਕ ਕੇ, ਹੈ ਤਾਂ ਗਰੀਬ ਹੀ ਨਾ, ਕੁਛ ਵੀ ਹੈ। ਸਾਡੀ ਭਾਵੇਂ ਉਹ ਹਮਦਰਦੀ ਨਹੀਂ ਹੋ ਸਕਦੀ ਕਿਉਂਕਿ ਗੁੱਸਾ ਬੜਾ ਹੈ, ਪਰ ਕਈ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਵੀ ਦੇਖਣਾ ਪੈਂਦਾ ਹੁੰਦਾ ਕਿ ਇਹ ਚੱਲ ਕੀ ਰਿਹਾ ਹੈ। ਪੰਜਾਬ ਵਾਲੇ ਬੰਦੇ ਕਿਉਂ ਮਾਰੇ ਜਾ ਰਹੇ ਨੇ, ਹਰਿਆਣੇ ਵਾਲੇ ਕਿਉਂ ਨਹੀਂ, ਰਾਜਸਥਾਨ ਵਾਲੇ ਕਿਉਂ ਨਹੀਂ, ਉਹ ਕਿਵੇਂ ਰੱਖੇ ਜਾ ਰਹੇ ਨੇ। ਪਰ ਕੁਛ ਵੱਡੀ ਗੇਮ ਵੀ ਸਮਝੀ ਦੀ ਹੁੰਦੀ ਹੈ, ਜਿਹਤੇ ਸਿੱਧੂ ਮੂਸੇਵਾਲੇ ਦਾ ਜ਼ੋਰ ਲੱਗਿਆ ਪਿਆ ਸੀ ਵੀ ਅਸੀਂ ਸਭ ਕੁਝ ਤੁਹਾਡਾ ਹੁਣ ਸਮਝ ਰਹੇ ਹਾਂ। ਚਲੋ ਇਹ ਤਾਂ ਆਪਣਾ ਇੱਕ ਵੱਖਰੀ ਜਿਹੀ ਗੱਲ ਵਿੱਚੋਂ ਆ ਗਈ। ਸੋ ਮੇਰੀ ਉਹ ਗੱਲ ਸੀਗੀ ਕਿ ਬੇਸਿਕ ਗੱਲ ਤਾਂ ਜਿਹੜੀ ਮੈਂ ਉਹ ਗੱਲ ਕਰਤੀ ਨਾ, ਵਿਚਾਰਧਾਰਾ ਜਾਂ ਧਰਮ ਜਾਂ ਰਾਜ ਪ੍ਰਤੀ ਵਫਾਦਾਰੀ 'ਚੋਂ ਇੱਕ ਨਫ਼ਰਤ ਦੀ ਜਿਹੜੀ ਭਾਵਨਾ ਤੋਂ ਬਗੈਰ ਜ਼ੁਲਮ ਨਹੀਂ ਹੁੰਦਾ। ਪਰ ਕੁਛ ਕੁ ਰਮਨੀਕ ਸਿੰਘ ਕਾਰਨ ਹੋਰ ਵੀ ਹੋ ਜਾਂਦੇ, ਇਹ ਨਹੀਂ ਕਿ ਸਾਰਾ ਕੁਛ ਹੀ ਇਸ ਖਾਤੇ 'ਚ ਪੈ ਜਾਂਦਾ। ਇਹ ਫਿਰ ਇਕੱਲਿਆਂ ਦੀ ਕੇਸ ਸਟੱਡੀ ਵੀ ਕਰਨੀ ਪੈਂਦੀ ਹੈ। ਜਿਵੇਂ ਮੈਨੂੰ ਕੁਛ ਪੁਲਿਸ ਅਫਸਰਾਂ ਦਾ ਇਹੋ ਜਿਹਾ ਦਾ ਪਤਾ ਹੈ ਜਿਹਦਾ ਜਾਂ ਤਾਂ ਬਾਪ ਮਾਰਿਆ ਗਿਆ ਜਾਂ ਪਰਿਵਾਰ ਦਾ ਕੋਈ ਮੈਂਬਰ ਕਿਸੇ ਨਿੱਜੀ ਕਾਰਨ ਕਰਕੇ ਬਦਲਾਖੋਰੀ ਦੀ ਭਾਵਨਾ ਇੰਨੀ ਪ੍ਰਚੰਡ ਹੋ ਗਈ ਵੀ ਉਹਦੇ ਅੰਦਰੋਂ ਉਹ ਇਨਸਾਨੀਅਤ ਮਰ ਗਈ। ਹੈ ਤਾਂ ਕਮਜ਼ੋਰੀ ਬੰਦੇ ਦੀ ਕਿ ਕੋਈ ਇੱਕ ਟ੍ਰੈਜਡੀ ਵਾਪਰੀ, ਉਹ ਤੁਹਾਨੂੰ ਬਿਲਕੁਲ ਹੀ ਹੈਵਾਨ ਹੀ ਬਣਾ ਦੇ, ਦਰਿੰਦਾ ਬਣਾ ਦੇ, ਵਹਿਸ਼ੀ ਬਣਾ ਦੇ ਵੀ ਇਹ ਵਾਪਰਨਾ ਨਹੀਂ ਚਾਹੀਦਾ। ਇਟ ਮੀਨਸ ਤੁਸੀਂ ਐਲੀਵੇਟ ਤਾਂ ਹੋਏ ਹੀ ਨਹੀਂ। ਮਤਲਬ ਇਹਨੂੰ ਆਪਾਂ ਠੀਕ ਨਹੀਂ ਕਹਿ ਸਕਦੇ। ਇਹ ਕੁਛ ਕਾਰਨ ਵੀ ਹੈਗੇ ਆ। ਜਿਵੇਂ ਨਕਸਲੀ ਲਹਿਰ ਦੇ ਵਿੱਚ ਇੱਕ SP ਸੀ ਸੁਖਪਾਲ ਸਿੰਘ ਜਲੰਧਰ ਦਾ, ਉਹਦਾ ਮੁੰਡਾ ਪੰਜਾਬ ਯੂਨੀਵਰਸਿਟੀ 'ਚ ਪੜ੍ਹਦਾ ਸੀ, ਉੱਥੇ ਹੋਸਟਲ 'ਚ ਮਾਰਤਾ ਸੀ ਨਕਸਲੀਆਂ ਨੇ। ਹਾਲਾਂਕਿ ਮੁੰਡਾ ਮਾਰਨਾ ਗਲਤ ਹੈ, ਜਦੋਂ ਮੁੰਡੇ ਦਾ ਕੋਈ ਦੋਸ਼ ਨਹੀਂ, ਚਲੋ ਉਹ ਤਾਂ ਉਹਨਾਂ ਤੋਂ ਗਲਤੀ ਹੋ ਗਈ, ਪਰ ਮੁੜ ਕੇ ਫਿਰ ਉਹ ਇੰਨਾ ਵਹਿਸ਼ੀ ਬਣਿਆ, ਉਹਨੇ ਇੰਨੇ ਬੰਦੇ ਮਾਰੇ ਤੇ ਬੇਰਹਿਮੀ ਨਾਲ ਵੀ ਇੰਨਾ ਕੱਚਾ ਆਧਾਰ ਤੁਹਾਡੀ ਇਨਸਾਨੀਅਤ ਦਾ। ਇੱਕ ਆਪਦਾ ਦੁੱਖ ਜਦ ਝੱਲਿਆ ਨਾ ਗਿਆ, ਫਿਰ ਕਿੰਨਿਆਂ ਦੇ ਘਰ ਸੁੰਨੇ ਕਰਨ ਲੱਗ ਗਏ ਤੁਸੀਂ। ਇਹ ਨੀਵੇਂ ਪੱਧਰ ਦੀਆਂ ਇੱਕ ਤਾਂ ਇਹ ਕਾਰਨ ਹੁੰਦਾ ਵੀ ਆਪਦੇ ਨਿੱਜੀ ਕਾਰਨਾਂ ਕਰਕੇ ਕਈਆਂ 'ਚ ਬਦਲੇਖੋਰੀ ਦੀ ਭਾਵਨਾ ਆ ਜਾਂਦੀ ਹੈ। ਇੱਕ ਹੋਰ ਵੀ ਕਈ ਕੇਸ ਆਏ ਨੇ ਜਿੱਥੇ ਖਾਨਦਾਨੀ ਜਾਂ ਖੂਨ ਦਾ ਮਾਮਲਾ ਵੀ ਆ ਜਾਂਦਾ ਹੈ। ਜੀਨ ਜੀ ਇਹੋ ਜਿਹੇ ਹੁੰਦੇ ਨੇ, ਕਈ ਖਾਨਦਾਨ ਹੀ ਬੜੇ ਬਦਨਾਮ, ਮੁੱਢ ਤੋਂ ਹੀ, ਜਿਵੇਂ ਟੋਡੀ ਜਾਂ ਕੋਈ ਬਲੈਕੀਏ ਜਾਂ ਕੁਛ ਹੋਰ ਇਸ ਤਰ੍ਹਾਂ ਦੇ। ਇਹ ਜਿਹੜਾ ਹਰਿੰਦਰ ਚਾਲ ਦਾ ਮਾਮਲਾ ਹੈ ਨਾ, ਇਹਦਾ ਪਿੰਡ ਹੈ ਨਥਿਆ, ਤਲਵੰਡੀ ਸਾਬੋ ਕੋਲੇ। ਉਸ ਇਲਾਕੇ ਦੇ ਲੋਕਾਂ ਨੂੰ ਪਤਾ ਹੋਊ ਇਹਦੇ ਪਰਿਵਾਰ ਦਾ, ਇਹਦੇ ਖਾਨਦਾਨ ਦਾ, ਵੀ ਜੋ ਦੌਲਤ ਬਣੀ ਹੈ, ਜਾਇਦਾਦ ਬਣੀ ਹੈ, ਉਹ ਕਿੰਨੀ ਕੁ ਨੇਕ ਕਮਾਈ ਨਾਲ ਬਣੀ ਹੈ, ਜਿਹਦਾ ਇਹਨੂੰ ਹੰਕਾਰ ਹੈ। ਫਿਰ ਮੁੜ ਕੇ ਇਹਦੇ ਬਾਰੇ ਤਾਂ ਮੈਂ ਕਾਫੀ ਮਤਲਬ ਪਤਾ ਹੈ, ਕਾਫੀ ਚਿਰ ਦਾ ਨਾ। ਇਹ ਰਿਟਾਇਰ ਹੋਣ ਤੋਂ ਬਾਅਦ ਇਹਦੇ ਅੰਦਰ ਇਹ ਭੁੱਖ ਵੀ ਜਾਗ ਗਈ ਵੀ ਮੈਂ ਪੋਲੀਟਿਕਸ 'ਚ ਕੁਛ ਬਣਾ। ਇਹਨੇ ਫਿਰ ਇੱਕ ਪੈਂਫਲੇਟ ਕੱਢਿਆ ਨਸ਼ਿਆਂ ਦੇ ਖਿਲਾਫ, ਹਾਲਾਂਕਿ ਨਸ਼ਿਆਂ ਦਾ ਖੁਦ ਵਪਾਰੀ। ਫਿਰ ਇਹਨੇ ਮੁਹਿੰਮ ਚਲਾਈ ਮਤਲਬ ਵੀ ਨਸ਼ਿਆਂ ਨੂੰ ਖਤਮ ਕਰਨ ਦੀ। ਉਹ ਠੁੱਸ ਹੋ ਗਿਆ, ਟਿਕਟ ਲੈਣ ਦੀ ਕੋਸ਼ਿਸ਼ ਕੀਤੀ ਅਕਾਲੀਆਂ ਤੋਂ, ਬੜੇ ਕੱਟੇ ਬੱਚੇ ਬੰਨੇ ਅਕਾਲੀਆਂ ਦੇ, ਪਰ ਇਹੋ ਜਿਹੇ ਤਰਲੇ ਵੀ ਲੈ ਰਿਹਾ। ਅਤੇ ਜਿਹੜਾ ਇੱਥੇ ਜਾਣਾ ਸਿੱਧੂ ਮੂਸੇਵਾਲੇ ਦੇ ਉੱਥੇ ਉਹਦੀ ਸਮਾਧ 'ਤੇ, ਇਹ ਵੀ ਕਿਸੇ ਇਹੀ ਜਿਹੀ ਚੱਕਰ ਦੇ ਵਿੱਚੋਂ। ਸੋ ਕੁਛ ਖਾਨਦਾਨੀ ਭੈੜ ਵੀ ਹੁੰਦੇ ਆ ਬੰਦਿਆਂ 'ਚ, ਖੂਨ ਹੀ ਇਹੋ ਜਿਹਾ ਹੁੰਦਾ ਹੈ, ਉਹਨਾਂ ਨੇ ਕੰਮ ਕੀਤੇ ਹੁੰਦੇ ਆ। ਇਹ ਹਰਿੰਦਰ ਚਾਲ ਨੇ ਮਤਲਬ 1995 'ਚ ਬਾਬਾ ਬਖਸ਼ੀਸ਼ ਸਿੰਘ ਜਿਹੜੇ ਉਹਦੇ ਫਾਦਰ ਨੂੰ ਤਸ਼ੱਦਦ ਕਰਕੇ ਕੋਹ ਕੇ ਮਾਰਿਆ ਸੀ। 95 'ਚ ਤਾਂ ਕੋਈ ਲਹਿਰ ਵੀ ਨਹੀਂ ਸੀ, ਤਕਰੀਬਨ ਖਤਮ ਹੋ ਗਈ ਸੀ। ਸੋ ਇਹ ਜਿਹੜੇ ਬੰਦੇ ਨਾ ਇਸ ਤਰ੍ਹਾਂ ਦੇ ਕੁਛ, ਇਹਨਾਂ ਦਾ ਫਿਰ ਇਹ ਵੀ ਬਣ ਜਾਂਦਾ ਜਿਵੇਂ ਤੂੰ ਗੋਬਿੰਦ ਰਾਮ ਹੈ, ਸਵਰਨ ਘੋਟਣਾ ਹੈ, ਸਮੇਧ ਸੈਣੀ ਹੈ, KPS ਗਿੱਲ ਹੈ, ਅਜੀਤ ਸਿੰਘ ਸੰਧੂ ਹੈ,
ਅਨੇਕਾਂ ਬੰਦੇ ਜਿਹੜੇ ਨਾਂ ਲਏ ਜਾ ਸਕਦੇ ਨੇ, ਹੈ ਨਾ। ਹਰ ਇੱਕ ਨੂੰ ਆਪਦੇ ਆਪਦੇ ਇਲਾਕਿਆਂ ਦਾ ਪਤਾ ਹੈ। ਉਹ ਇਹ ਬੰਦਿਆਂ ਦਾ ਨਾ ਫਿਰ ਜਦੋਂ ਲਹਿਰ ਵੀ ਖਤਮ ਹੋ ਜਾਂਦੀ ਹੈ, ਇਹਨਾਂ ਦੀ ਜ਼ਹਿਰ ਨਹੀਂ ਉਤਰਦੀ, ਜਿਹਦਾ ਮਤਲਬ ਉਦੋਂ ਨਫ਼ਰਤ ਦਾ ਆਧਾਰ ਤਾਂ ਕੋਈ ਨਹੀਂ, ਕੋਈ ਚੈਲੰਜ ਨਹੀਂ, ਕੋਈ ਚੁਣੌਤੀ ਨਹੀਂ। ਇਹ ਫਿਰ ਇੱਕ ਮਨੋਰੋਗ ਵੀ ਬਣ ਜਾਂਦਾ, ਜ਼ੁਲਮ 'ਚੋਂ ਸਵਾਦ ਲੈਣ ਲੱਗ ਜਾਣਾ। ਇਹ ਇੱਕ ਵਿਕਾਰ ਹੈ, ਵਿਗਾੜ ਹੈ ਬੰਦੇ 'ਚ ਆਉਂਦਾ ਜਦੋਂ ਨਾ। ਇੱਕ ਟਰੱਕ ਡਰਾਈਵਰ ਹੁੰਦਾ ਸੀਗਾ, ਮੈਨੂੰ ਅੱਜ ਤੋਂ 50 ਕੁ ਸਾਲ ਪਹਿਲਾਂ ਕਿਸੇ ਨੇ ਗੱਲ ਸੁਣਾਈ ਸੀ। ਉਹ ਟਰੱਕ ਚਲਾਉਂਦਾ ਚਲਾਉਂਦਾ ਜਿੱਥੇ ਕਿਤੇ ਕੁੱਤਾ ਬੈਠਾ ਸੁੱਤਾ ਪਿਆ ਦੇਖਦਾ ਸੀ ਨਾ ਸੜਕ 'ਤੇ, ਉਹਨੇ ਉਦੋਂ ਉੱਤੋਂ ਦੀ ਨਾ ਆ ਕੇ ਕੁਚਲ ਕੇ ਉਹਨੂੰ ਸਵਾਦ ਆਉਂਦਾ ਸੀ। ਇੱਕ ਦਿਨ ਇੱਧਰ ਸੰਗਰੂਰ ਵੱਲ ਮਤਲਬ ਕਿਤੇ ਕਪਾਹ ਚੁਗਦੀਆਂ ਔਰਤਾਂ ਨੇ ਆਪਦਾ ਬੱਚਾ ਸੜਕ ਦੇ ਕਿਨਾਰੇ ਸੁੱਤਾ ਪਾਇਆ, ਉੱਤੇ ਭੂਰੇ ਰੰਗ ਦੀ ਕਿਤੇ ਸ਼ਾਇਦ ਉਹਨਾਂ ਨੇ ਚੁੰਨੀ ਦੇਤੀ ਮੱਖੀਆਂ ਮੁੱਖੀਆਂ ਤੋਂ। ਉਹ ਟਰੱਕ 'ਤੇ ਆਇਆ ਬੰਦਾ ਅਤੇ ਉਹਨੇ ਸਮਝਿਆ ਕੁੱਤਾ ਹੈ, ਉਹਨੇ ਉਹਦੀ ਸਟੀਅਰਿੰਗ ਮੋੜਿਆ, ਉਹ ਬੱਚੇ ਨੂੰ ਦਾੜ ਕੇ ਲੰਘ ਗਿਆ। ਚਲੋ ਉਦੋਂ ਬਾਅਦ ਉਹ ਮਾਨਸਿਕ ਤੌਰ 'ਤੇ ਹਿੱਲ ਗਿਆ ਸੀ ਬੰਦਾ। ਹੁਣ ਇਹ ਕੀ, ਇਹ ਮਨੋਰੋਗ ਹੈ। ਕੁੱਤੇ ਨਾਲ ਕੀ ਵੈਰ ਹੈ ਤੁਹਾਡਾ? ਗੱਲ ਕੁੱਤੇ ਦੀ ਨਹੀਂ, ਇੱਕ ਮਨੋਰੋਗ ਹੈ ਤੁਹਾਡਾ। ਸੋ ਇਹ ਬੰਦੇ ਹੌਲੀ ਹੌਲੀ, ਇਹ ਸਮੇਤ ਸੈਣੀ ਵਰਗੇ ਬੰਦੇ, ਇਹ ਮਨੋਰੋਗੀ ਸੀ, ਇਹ ਅਬਨੋਰਮੈਲਿਟੀਜ਼ ਹੈ, ਨੋਰਮਲ ਨਹੀਂ ਬੰਦੇ। ਇਹੋ ਜਿਹੇ ਬੰਦੇ ਫਿਰ ਸਟੇਟ ਨੂੰ ਕੰਮ ਬੜਾ ਦਿੰਦੇ ਆ, ਮੈਨੀਪੂਲੇਟ ਹੋ ਜਾਂਦੇ ਆ। ਇਹ ਹਰਿੰਦਰ ਚਾਹਲ ਵਰਗੇ ਬੰਦੇ ਵੀ ਜਾਂ ਦੂਸਰੇ ਵੀ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨੇ, ਜਿਨ੍ਹਾਂ 'ਚ ਕੋਈ ਨਾ ਕੋਈ ਇਹੀ ਜੀ ਉਹ ਪਈ ਹੁੰਦੀ ਆ ਸਟਰੀਕ, ਅਤੇ ਸਟੇਟ ਕੋਲ ਤਾਂ ਬੜੇ ਸਾਧਨ ਹੁੰਦੇ ਮੈਨੀਪੂਲੇਟ ਕਰਨ ਦਾ, ਹਨ। ਇਹਨਾਂ ਲੋਕਾਂ ਨੂੰ ਫਿਰ ਹਥਿਆਰ ਦੇ ਤੌਰ 'ਤੇ ਵਰਤਣ ਦਾ ਉਹਨਾਂ ਵਾਸਤੇ ਕੀ ਹੈ? ਉਹੀ ਗੱਲ ਕੁੱਤੇ ਹੋਰ ਕਾਹਦੇ ਵਾਸਤੇ ਰੱਖੇ ਨੇ? ਵੀ ਇਹੀ ਕੰਮ ਕਰਵਾਉਣਾ ਇਹਨਾਂ ਤੋਂ। ਸੋ ਇਹ ਹੈ ਮਨੁੱਖ ਜਿਹੜੀ ਹੈ, ਇਹਨੂੰ ਕਹਿੰਦੇ ਕ੍ਰਾਈਸਿਸ ਆਫ ਹਿਊਮਨ ਬਿਹੇਵੀਅਰ। ਵੀ ਯਾਰ ਕੁਛ ਹਾਲਤਾਂ 'ਚ ਜਾ ਕੇ ਬੰਦਾ ਬਿਹੇਵ ਕਿਵੇਂ ਕਰਨ ਲੱਗ ਜਾਂਦਾ। ਇੰਨਾ ਕੱਚਾ ਆਧਾਰ ਬੰਦੇ ਦਾ ਹੋਣਾ ਨਹੀਂ ਚਾਹੀਦਾ, ਜਿਹਦਾ ਮਤਲਬ ਉਹਨਾਂ ਦੀ ਕੋਈ ਬੁਨਿਆਦ ਅਜੇ ਸਾਊਂਡ ਨਹੀਂ ਬਣੀ ਹੁੰਦੀ, ਗੁਰੂ ਦੇ ਲੜ ਨਹੀਂ ਲੱਗੇ ਹੁੰਦੇ, ਉਹ ਕੋਈ ਨਾ ਕੋਈ ਕੱਚਪਣੇ ਅਜੇ ਪਏ ਹੁੰਦੇ ਨੇ, ਉਹ ਬੰਦੇ ਮੈਨੀਪੂਲੇਟ ਹੋ ਜਾਂਦੇ ਆ। ਇਸੇ ਕਰਕੇ ਜਿਹੜਾ ਬਾਰ-ਬਾਰ ਆਪਾਂ ਜ਼ੋਰ ਦਿੰਦੇ ਹਾਂ ਨਾਮ ਜਪਣ ਦਾ, ਹੈ ਨਾ, ਉਹ ਇਹ ਹੈ ਵੀ ਐਲੀਵੇਟ ਕਰੋ। ਜੇ ਐਲੀਵੇਟ ਨਹੀਂ ਹੁੰਦਾ ਫਿਰ ਨਾਮ ਜਪਣਾ ਵੀ ਇੱਕ ਭੇਖ ਹੀ ਹੈ। ਵੀ ਬੰਦਾ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਦਾ ਕਿ ਨਹੀਂ। ਮੈਂ ਤੋਂ ਈਰਖਾ, ਮੁਕਾਬਲਾ, ਹਸਦ, ਨਫ਼ਰਤ, ਇਹ ਸਾਰੀਆਂ ਚੀਜ਼ਾਂ ਉਹ 'ਚ ਜਾਂਦੀਆਂ ਕਿ ਨਹੀਂ ਜਾਂਦੀਆਂ। ਇਨਸਾਨ ਪੂਰਾ ਬਣਦਾ ਕਿ ਨਹੀਂ ਬਣਦਾ, ਹੈ ਨਾ। ਸੋ ਆਪਾਂ ਵੀ ਜੇ ਇੱਕ ਸਾਨੂੰ ਗੁਰੂਆਂ ਨੇ ਰਾਹ ਦੱਸਤਾ ਅਤੇ ਕਰਕੇ ਵੀ ਦਿਖਾਤਾ, ਸਿਰਜ ਕੇ ਦਿਖਾਤੇ ਉਹੋ ਜਿਹੇ ਬੰਦੇ। ਇਹ ਹੈ ਕ੍ਰਾਈਸਿਸ ਆਫ ਹਿਊਮਨ ਬਿਹੇਵੀਅਰ। ਇਹਦਾ ਹੱਲ ਲੱਭ ਕੇ ਦੇਖਿਆ ਬੰਦਿਆਂ ਨੇ ਸੈਕੂਲਰਿਜ਼ਮ 'ਚ, ਸਿਵਲਾਈਜੇਸ਼ਨ 'ਚ, ਐਨਲਾਈਟਨਮੈਂਟ 'ਚ, ਕਮਿਊਨਿਸਟ ਵਿਚਾਰਧਾਰਾ 'ਚ ਬਹੁਤ ਕੱਚੇ ਸਾਬਤ ਹੋਏ। ਮਾੜੇ ਜਿਹੇ ਕ੍ਰਾਈਸਿਸ 'ਚ ਆ ਕੇ ਉਹ ਬਿਲਕੁਲ ਹੀ ਚੰਗੇਜ਼ ਖਾਂ 'ਤੇ ਉਹਨਾਂ 'ਚ ਕੋਈ ਫਰਕ ਹੀ ਨਹੀਂ ਰਹਿੰਦਾ। ਐਵੇਂ ਇੱਕ ਪਰਦਾ ਜਿਹਾ ਹੁੰਦਾ, ਉਹਦੀ ਉੱਡ ਜਾਂਦਾ। ਸੋ ਗੱਲ ਤਾਂ ਇੱਥੇ ਆ ਕੇ ਨਿਬੜਦੀ ਹੈ ਕਿ ਉਹ ਪੂਰਨ ਅਜੇ ਮਨੁੱਖ ਬਣੇ ਨਹੀਂ ਹੁੰਦੇ, ਕਿਤੇ ਨਾ ਕਿਤੇ ਅੰਦਰ ਉਹਨਾਂ ਦੇ ਉਹ ਜਾਨਵਰ ਬੈਠਾ ਹੁੰਦਾ ਹੈ, ਅਤੇ ਜਾਨਵਰ ਨੂੰ ਤਾਂ ਜਦੋਂ ਮੌਕਾ ਮਿਲੂ ਉਹਨੇ ਤਾਂ ਆਪਦਾ ਉਹ ਕੰਮ ਕਰਨਾ ਹੀ ਕਰਨਾ ਫਿਰ। ਸੋ ਇਹ ਹੈ ਮੋਟੇ ਜਿਹੇ ਜਿਹੜੇ ਮੇਰੇ ਮੁਤਾਬਕ ਨਾ, ਜਿੰਨੇ ਕਿ ਤੁਸੀਂ ਹੋਰ ਕੇਸ ਸਟੱਡੀ ਕਰ ਸਕਦੇ ਹੋ। ਜਦੋਂ ਮੈਂ ਯੁੱਗਾਂ ਦੀ ਗੱਲ ਕਰਦਾ ਵੀ ਯੁੱਗਾਂ ਦਾ ਕੋਈ ਫਰਕ ਨਹੀਂ ਪੈਂਦਾ। ਹੁਣ ਆਪਾਂ ਉਹ ਦੇਖਿਆ ਮੀਰ ਮੰਨੂ ਵੇਲੇ ਸਾਡੇ ਨਾਲ ਕੀ ਕੁਛ ਹੋਇਆ, ਐਨ ਇਹੀ ਕੁਛ ਫੇਰ ਹੋਇਆ ਹੁਣ। ਐਨ ਇਹੀ ਕੁਛ ਇਕੱਲੇ ਇੱਥੇ ਪੰਜਾਬ 'ਚ ਨਹੀਂ ਜਾਂ ਇਕੱਲੇ ਸਿੱਖਾਂ ਨਾਲ ਨਹੀਂ। ਚਿੱਲੀ ਦੇ ਵਿੱਚ ਜੇ ਤੁਸੀਂ ਪੜ੍ਹੋ 1974 ਦੇ ਵਿੱਚ ਰਾਜ ਪਲਟਾ ਹੋਇਆ ਸੀਗਾ, ਪਿਨੋਚੇ ਆਇਆ ਸੀਗਾ, ਮਿਲਟਰੀ ਦਾ ਡਿਕਟੇਟਰ ਅਮਰੀਕਾ ਨੇ ਕਰਵਾਇਆ। ਵੀ ਕਮਿਊਨਿਸਟ ਹਕੂਮਤ ਆ ਗਈ ਉੱਥੇ, ਵੋਟਾਂ ਰਾਹੀਂ ਚੁਣੀ ਹੋਈ ਪਾਪੂਲਰ, ਉਹਨੂੰ ਉਹ ਸਹਿਣ ਨਹੀਂ ਹੋਈ, ਰਾਜ ਪਲਟਾ ਕਰਾਇਆ ਪਿਨੋਚੇ ਨੇ। ਉਹਨੇ ਜਿਹੜੇ ਜ਼ੁਲਮ ਕੀਤੇ, ਮਤਲਬ ਬੰਦੇ ਦੇ ਲੂੰ ਕੰਡੇ ਖੜੇ ਹੁੰਦੇ ਆ। ਉਹਦੇ ਮੈਂ ਪਿੱਛੇ ਜੇ ਪੜ੍ਹ ਰਿਹਾ ਸੀਗਾ ਵੀ ਬਿਲਕੁਲ ਉਹੀ ਗੱਲਾਂ ਨਾ, ਵੀ ਇੱਕ ਮੁੰਡੇ ਨੂੰ ਉਹਨਾਂ ਨੇ ਹੈਲੀਕਾਪਟਰ ਤੋਂ ਲਟਕਾਇਆ ਪੈਰਾਂ 'ਚ ਰੱਸੇ ਪਾ ਕੇ, ਫਿਰ ਝਾੜੀਆਂ ਕੰਡੇਦਾਰ ਉੱਤੇ ਉਹਨੂੰ ਘੜੀਸਿਆ,
ਫਿਰ ਉਹਨੂੰ ਮਤਲਬ ਵੀ ਉਹਦੇ ਸਾਰੇ ਪਰਿਵਾਰ ਦੇ ਸਾਹਮਣੇ ਨਿਰਵਸਤਰ ਕੀਤਾ। ਮੁੰਡੇ ਤੋਂ ਬਾਪ ਨਾਲ ਤੇ ਬਾਪ ਤੋਂ ਮੁੰਡੇ ਨਾਲ ਕੁਕਰਮ ਕਰਵਾਇਆ। ਜੋ ਕੁਛ ਆਪਾਂ ਹੁਣ ਦੇਖਦੇ ਹਾਂ, ਇੱਕ ਕੁੜੀ ਨਾਲ ਮਤਲਬ ਉਹਨਾਂ ਨੇ ਇਸ ਤਰ੍ਹਾਂ ਕੀਤਾ ਵੀ ਇਕੱਲਾ ਉਹਦੇ ਕਰੰਟ ਤਾਂ ਲਾਏ ਬਹੁਤ, ਉਦੋਂ ਬਾਅਦ ਉਹਦੇ ਸਾਥੀਆਂ ਦੀਆਂ ਹੱਡੀਆਂ ਉਹਦੇ ਮੂੰਹ 'ਚ ਤੁੰਨੀਆਂ। ਹੁਣ ਇਹ ਅਸੀਂ ਮੀਰ ਮੰਨੂ ਵੇਲ ਦੀਆਂ ਕਹਾਣੀਆਂ ਸੁਣੀਆਂ, ਜਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਨੂੰ, ਜਾਂ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਉਹਦੇ ਪੁੱਤ ਦੀਆਂ ਬੋਟੀਆਂ ਪਾਈਆਂ। ਉਹ ਆਪਾਂ ਕਹਿੰਦੇ ਵੀ ਯਾਰ ਉਹ ਤਾਂ ਇੱਕ ਬਰਬਰਤਾ ਦਾ ਯੁੱਗ ਸੀਗਾ, ਅਤੇ ਅੱਜ ਵੀ ਇਹ ਫਿਰ ਜੇ ਹੋ ਰਿਹਾ। ਅਤੇ ਇਹਨਾਂ ਨੇ ਜੋ ਕੁਛ ਕੀਤਾ ਸਾਡੇ ਪੰਜਾਬ ਦੇ ਵਿੱਚ ਇਹਨਾਂ ਪੁਲਿਸ ਅਫਸਰਾਂ ਨੇ, ਸੋ ਇਹ ਇੱਕ ਤਾਂ ਸਜ਼ਾ ਹੁੰਦੀ ਹੈ, ਇਹਦਾ ਇਲਾਜ ਵੀ ਕੋਈ ਸਜ਼ਾ ਹੀ ਹੋਵੇ, ਚੱਲ ਬਣਦਾ ਤਾਂ ਉਹੀ ਹੁੰਦਾ ਨਾ। ਜਦੋਂ ਸਜ਼ਾ ਵੀ ਤੁਹਾਨੂੰ ਪਤਾ ਕੋਈ ਨਹੀਂ ਹੋਣੀ, ਸਿਸਟਮ ਤੁਹਾਡੇ ਨਾਲ ਹੈ, ਕਿਉਂਕਿ ਇੱਕ ਘੱਟ ਗਿਣਤੀ ਹੈ ਸ਼ਿਕਾਰ ਹੋਈ ਜਿਹੜੀ ਚਿੱਲੀ 'ਚ ਇਹ ਹੋ ਗਿਆ ਸੀ, ਉਹ ਘੱਟ ਗਿਣਤੀ ਨਹੀਂ ਸੀ, ਉਹ ਟੋਟਲ ਸੁਸਾਇਟੀ 'ਤੇ ਹੋਇਆ। ਇਸ ਕਰਕੇ 1998 'ਚ ਜਾ ਕੇ ਉਹੀ ਪਨੋਚੇ ਗ੍ਰਿਫਤਾਰ ਹੋਇਆ ਅਤੇ ਉਹਨੂੰ ਸਜ਼ਾ ਹੋਈ। ਸਟੇਟ ਦਾ ਮੁਖੀ, ਇੱਥੇ ਸਟੇਟ ਦਾ ਮੁਖੀ ਕੀ ਹੌਲਦਾਰ ਨੂੰ ਨਹੀਂ ਕੁਛ ਹੋ ਰਿਹਾ। ਸੋ ਇਹ ਹੈ ਸਾਡੀ ਜਿਹੜੀ ਇੱਕ ਸਿਚੁਏਸ਼ਨ ਨਾ, ਬਾਕੀ ਸਾਰਿਆਂ ਨਾਲੋਂ ਹੋਰ ਤਰ੍ਹਾਂ ਦੀ। ਸੋ ਜਦੋਂ ਆਪਾਂ ਪੰਜਾਬ ਜਾਂ ਸਿੱਖਾਂ ਦੇ ਸੰਦਰਭ 'ਚ ਆਪਾਂ ਗੱਲ ਕਰਦੇ ਹਾਂ, ਤਾਂ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਵੀ ਸਿੱਖ ਇੱਕ ਘੱਟ ਗਿਣਤੀ ਕੌਮ ਹੈ, ਪਰ ਜੋ ਇੱਥੇ 80ਵੀਆਂ ਅਤੇ 90ਵੀਆਂ 'ਚ ਦੇਖਣ 'ਚ ਆਇਆ ਬਈ ਇਹਨਾਂ ਜਿਹੜਾ ਸ਼ਿਕਾਰ ਕਰਨ ਵਾਲਾ ਉਹ ਵੀ ਘੱਟ ਗਿਣਤੀ ਕੌਮ ਨਾਲ ਸੰਬੰਧ ਰੱਖਦਾ, ਅਤੇ ਜਿਹੜਾ ਸ਼ਿਕਾਰ ਜਿਹਦਾ ਕੀਤਾ ਜਾ ਰਿਹਾ ਹੈ ਉਹ ਤਾਂ ਸੀਗਾ ਹੀ ਘੱਟ ਗਿਣਤੀਆਂ 'ਚੋਂ। ਸੋ ਇਹਨੂੰ ਆਪ ਜੀ ਕਿਵੇਂ ਦੇਖਦੇ ਹੋ? ਇਹ ਤਾਂ ਬੜਾ ਪੁਰਾਣਾ ਅਸੂਲ ਹੈ ਕਿ ਤੁਸੀਂ ਨਾ ਜਿਹੜਾ ਦਰੋਗਾ ਹੈ, ਜਿਹਤੇ ਜ਼ੁਲਮ ਕਰਨਾ ਉਹਦੇ ਵਿੱਚੋਂ ਚੁਣੋ, ਉਹਦੇ ਰਾਹੀਂ ਵੱਧ ਇਫੈਕਟਿਵ ਹੁੰਦਾ ਹੈ, ਉਹ ਮਿਲ ਜਾਂਦੇ ਨੇ। ਉਹ ਜਿਹੜੇ ਆਪਾਂ ਪਹਿਲਾਂ ਗੱਲ ਕਰਕੇ ਮੁਕੱਦਮ ਕੁੱਤੇ, ਬੰਦੇ 'ਚ ਇੱਕ ਪਈ ਹੈ ਨਾ ਲਾਲਚ, ਫੂਕ ਛਕਾਓ। ਹੁਣ KPS ਗਿੱਲ ਕੀ ਸੀ ਵੀ ਮੈਂ ਜੱਟ ਹਾਂ, ਫੂਕ ਛਕੀ, ਉਹਦੇ 'ਚ ਸਭ ਕੁਛ ਭੁੱਲ ਗਿਆ। ਫਿਰ ਹੌਲੀ 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 ਉਹ ਟੋਟਲੀ ਇਹ ਕਹਿ ਲਓ ਕਿ ਮਤਲਬ ਮਨੋ ਉਹਦੇ 'ਚ ਉਹ ਉਹੀ ਬੇਕਾਰ ਹੀ ਆ ਗਿਆ, ਅਬਨੋਰਮੈਲਿਟੀ ਆ ਗਈ, ਉਹਨੂੰ ਉਹਦੇ 'ਚ ਚਸਕਾ ਆਉਣ ਲੱਗ ਗਿਆ, ਸੁਆਦ। ਜਿਵੇਂ ਉਹ ਟਰੱਕ ਡਰਾਈਵਰ ਦੀ ਮੈਂ ਗੱਲ ਕੀਤੀ ਹੈ ਨਾ, ਬੱਚੇ ਨੂੰ ਦਰੜ ਕੇ ਸੁਆਦ ਆਉਂਦਾ, ਬਸ ਉਹਦੇ ਨਾਲ ਕੋਈ ਰੌਲਾ ਤਾਂ ਹੈ ਨਹੀਂ। ਵੀ ਜਸਵੰਤ ਸਿੰਘ ਖਾਲੜਾ ਨੇ ਏਡੀ ਕਿੰਨੀ ਕੁ ਗੱਲ ਕਰਤੀ ਸੀ, ਕੋਈ ਨਜਾਇਜ਼ ਗੱਲ ਤਾਂ ਨਹੀਂ ਕੀਤੀ। ਸੋ ਇੱਕ ਇਹਨੂੰ ਇਹ ਨਹੀਂ ਸੀ ਸਾਨੂੰ ਕੋਈ ਸਜ਼ਾ ਹੋ ਜਾਵੇ, ਤਾਂ ਪਤਾ ਸੀ ਵੀ ਸਾਨੂੰ ਸਜ਼ਾ ਕੌਣ ਕਰ ਸਕਦਾ, ਪਰ ਇਹ ਸੀ ਵੀ ਇਹਦੀ ਇਹ ਜੁਰਤ, ਉਹ ਸਜ਼ਾਵਾਂ ਹੋਈਆਂ ਵੀ ਨਹੀਂ, ਪਤਾ ਹੀ ਹੈ। ਸੋ ਇਹ ਸੀ ਵੀ ਇਹ ਜੁਰਤ ਕਿਵੇਂ। ਸੋ ਇਹ ਜਿਹੜੀ ਗੱਲ ਹੈ ਨਾ, ਇਹ ਬਹੁਤ ਹੈਗੀ ਹੈ ਵੀ ਜਦੋਂ ਬੰਦੇ ਬੜੇ ਸਾਡੇ 'ਚੋਂ ਵੀ ਯਾਰ ਜੇ ਵੀ ਯਾਰ ਸਿੱਖ ਨੂੰ ਸਿੱਖ ਨਹੀਂ ਮਾਰਿਆ। ਇੱਕ ਤਾਂ ਇਕੱਲੀ ਸਿੱਖਾਂ ਦੀ ਗੱਲ ਨਹੀਂ, ਬੰਦਿਆਂ ਨੂੰ ਪਤਾ ਹੀ ਨਹੀਂ ਜਿਹੜੇ ਯਹੂਦੀਆਂ ਦੇ ਕੈਂਪ ਸੀ, ਕੰਸਨਟਰੇਸ਼ਨ ਕੈਂਪ, ਉਹਨਾਂ ਦੇ ਜਿਹੜੇ ਦਰੋਗੇ ਸੀ ਉਹ ਯਹੂਦੀ ਸੀਗੇ। ਯਹੂਦੀ ਲਿਸਟਾਂ ਬਣਾਉਂਦੇ ਸੀ, ਯਹੂਦੀ ਦੱਸਦੇ ਹੁੰਦੇ ਸੀ ਕਿਹਨੂੰ ਕਿਹਨੇ ਇਹਨਾਂ 'ਚੋਂ ਕਿਹੜਾ ਕਿਹੜਾ ਮਾਰਨ ਵਾਲਾ ਹੈ। ਇਦੋਂ ਬਿਨਾਂ ਕੰਮ ਹੁੰਦਾ ਹੀ ਨਹੀਂ ਐਡਾ ਵੱਡਾ। ਜੇ ਉਸ ਕਮਿਊਨਿਟੀ 'ਚੋਂ ਤੁਹਾਨੂੰ ਮੁਕੱਦਮ ਕੁੱਤੇ ਨਹੀਂ ਮਿਲਣਗੇ, ਉਹ ਬੁਰਕੀ ਦੀ ਖੇਡ ਹੈ, ਉਹ ਬੁਰਕੀ 'ਤੇ ਕਰ ਲਓ। ਹੁਣ ਤੁਸੀਂ ਦੇਖੋ ਇਹਨਾਂ ਨੂੰ ਕਿੰਨੇ ਇਨਾਮ ਸਨਮਾਨ ਦਿੱਤੇ ਨੇ। ਹਰਿੰਦਰ ਚਾਹਲ ਹੈ, ਇੰਸਪੈਕਟਰ ਸੀ 1985 'ਚ, ਹੀ ਇਜ਼ ਨਾਟ IPS, ਕੋਈ ਇਮਤਿਹਾਨ 'ਚੋਂ ਨਹੀਂ ਪਾਸ ਹੋਇਆ। ਪਹਿਲਿਆਂ 'ਚ ਕਦੇ ਵੀ ਬੰਦਾ DSP ਤੋਂ ਉੱਪਰ ਨਹੀਂ ਸੀ ਜਾਂਦਾ, SP ਹਮੇਸ਼ਾ IPS ਸੀ ਹੋਊ, ਪਰ DSP ਲਿਮਟ ਸੀ। ਇਹ ਤਾਂ ਹੁਣ ਮਤਲਬ ਭਾਵੇਂ DGP ਬਣਾ ਦਿਓ ਤਾਂ ਉਮਰ ਨੰਗਲ ਕੀ ਹੈ, ਹੀ ਇਜ਼ ਨਾਟ IPS, ਉਹ ਵੀ ਇੰਸਪੈਕਟਰ ਭਰਤੀ ਹੋਇਆ ਸੀ। ਇਸ ਤਰ੍ਹਾਂ ਵੀ ਉਹ ਨਾ ਉਹਨਾਂ ਨੂੰ ਫਿਰ ਬੁਰਕੀਆਂ ਦੇਈ ਚੱਲੋ, ਜੋ ਮਰਜ਼ੀ ਕਰਵਾਈ ਚੱਲੋ, ਇੱਕ ਪ੍ਰਮੋਸ਼ਨ, ਫੀਤੀਆਂ, ਸਟਾਰ, ਇਹ ਹੈ।
ਸੋ ਗੱਲ ਤਾਂ ਉਹ ਗੁਰੂਆਂ ਵੇਲੇ ਦੀ ਹੈ, ਉਹਨਾਂ ਨੇ ਉਦੋਂ ਬੁੱਝ ਲਈ ਕਿੱਡੀ ਗੱਲ, ਉਦੋਂ ਫੜ ਲਈ। ਰਾਜੇਸ਼ੀ ਮੁਕੱਦਮ ਕੁੱਤੇ, ਇਹ ਅੱਜ ਵੀ ਇਹ ਇਸ ਤਰ੍ਹਾਂ ਹੀ ਚੱਲ ਰਿਹਾ ਹੈ। ਵਫਾਦਾਰੀ ਖਰੀਦਣੀ ਹੈ। ਸੋ ਇਹ ਟ੍ਰੇਨਡ ਕੀਤੇ, ਮੈਨੀਪੂਲੇਟ ਹੋਏ ਕੁੱਤੇ ਹੀ ਆ ਸਟੇਟ ਦੇ, ਹੋਰ ਇਦੋਂ ਵੱਧ ਕੁਛ ਨਹੀਂ। ਇਹ ਹੈ ਕਹਾਣੀ। ਹੁਣ ਸਿੱਖਾਂ ਸਾਹਮਣੇ ਸਮੱਸਿਆ ਇਹ ਹੈ ਵੀ ਤੁਸੀਂ ਦਰਿੰਦਗੀ ਖਿਲਾਫ ਲੜਦੇ, ਖੁਦ ਦਰਿੰਦੇ ਨਹੀਂ ਬਣਨਾ। ਇਹ ਹਰ ਵੇਲੇ ਬੰਦੇ ਦੇ ਸਾਹਮਣੇ ਆਉਂਦੀ ਹੈ। ਇਹ ਸਾਨੂੰ ਯਹੂਦੀਆਂ ਨੇ ਸਿਖਾਤਾ। ਯਹੂਦੀਆਂ ਦੀ ਇਹ ਗੜਬੜ ਹੋਈ ਹੈ। ਉਹ ਕਿੰਨੀ ਦਰਿੰਦਗੀ ਦੇ ਖਿਲਾਫ ਉਹਨਾਂ ਨੂੰ ਲੜਨਾ ਪਿਆ, ਤੇ ਫਿਰ ਕਿੱਡੇ ਆਪ ਦਰਿੰਦੇ ਬਣੇ। ਮੈਂ ਇਹ ਹਰਿੰਦਰ ਸਿੰਘ ਮਹਿਬੂਬ ਨੂੰ ਇੱਕ ਵਾਰ ਸਵਾਲ ਕੀਤਾ ਸੀ, ਮੈਂ ਕਿਹਾ ਕਿਤੇ ਸਿੱਖ ਵੀ ਐਂ ਤਾਂ ਨਹੀਂ ਬਣ ਜਾਣਗੇ। ਉਹ ਕਹਿੰਦਾ ਯਹੂਦੀ ਜਦੋਂ ਲੜ ਵੀ ਰਹੇ ਸੀ ਜ਼ੁਲਮ ਦੇ ਖਿਲਾਫ, ਉਹਨਾਂ ਕੋਲ ਵੱਡਾ ਵਿਜ਼ਨ ਕੋਈ ਨਹੀਂ ਸੀ। ਸਾਡਾ ਵਿਜ਼ਨ ਵੱਡਾ, ਸਾਨੂੰ ਉਹ ਨਹੀਂ ਬਣਨ ਦਿਓ। ਜੇ ਬਣਾਂਗੇ ਤਾਂ ਅਸੀਂ ਉਹਦੇ ਪ੍ਰਤੀ ਝੂਠੇ ਹੋਵਾਂਗੇ। ਤਾਂ ਅਸੀਂ ਅਰਦਾਸ ਕਿਵੇਂ ਕਰਾਂਗੇ, ਅਸੀਂ ਉਹਦਾ ਸਾਹਮਣਾ ਕਿਵੇਂ ਕਰਾਂਗੇ। ਫਿਰ ਮਹਾਰਾਜ ਰਣਜੀਤ ਸਿੰਘ ਦੀ ਗਲੋਰੀਫਿਕੇਸ਼ਨ ਨਹੀਂ ਹੋਣੀ ਵੀ ਉਹਨੇ ਮੌਤ ਦੀ ਸਜ਼ਾ ਖਤਮ ਕਰਤੀ ਸੀ, ਕਿਤੇ ਕੋਈ ਬਦਲਾ ਨਹੀਂ। ਸੋ ਇਹ ਜਿਵੇਂ ਭਾਈ ਦਲਜੀਤ ਸਿੰਘ ਦੀ ਪਿੱਛੇ ਜੇ ਇੰਟਰਵਿਊ ਆਈ, ਕਿਤਾਬ ਵੀ ਆਈ ਹੈ, ਪਰ ਠੀਕ ਆ, ਉਹ ਕਰਨਾ ਪੈਂਦਾ। ਤੁਹਾਨੂੰ ਲੜਨ ਵੇਲੇ ਬੰਦੇ ਮਾਰਨੇ ਪੈਂਦੇ ਨੇ, ਵਿਚਾਰਾ ਕੋਈ ਨਹੀਂ। ਪਰ ਉਹ ਮਾਰਨ ਵੇਲੇ ਤੁਸੀਂ ਖੁਦ, ਤੁਹਾਡੇ ਅੰਦਰ ਕੋਮਲਤਾ ਬਚੀ ਹੈ ਕਿ ਨਹੀਂ, ਇਹ ਦਿਖਾਇਆ ਉਹਦੀ ਕਿਤਾਬ ਨੇ ਵੀ, ਤੇ ਉਹਦੀ ਇੰਟਰਵਿਊ ਨੇ ਵੀ। ਇਹ ਗੱਲ ਹੈ ਵੀ ਤੁਹਾਡੇ ਅੰਦਰੋਂ ਇਨਸਾਨੀਅਤ ਤੇ ਕੋਮਲਤਾ, ਸੰਵੇਦਨਸ਼ੀਲਤਾ, ਉਹ ਬਚੀ ਰਹਿੰਦੀ ਹੈ ਕਿ ਨਹੀਂ। ਜੇ ਉਹ ਨਾ ਬਚੀ, ਤੁਸੀਂ ਜਿੱਤ ਵੀ ਜਾਵੋ, ਤੁਸੀਂ ਰਾਜ ਵੀ ਲੈ ਲਓ, ਉਹ ਤਾਂ ਹਾਰ ਗਏ ਫਿਰ ਤੁਸੀਂ। ਜਸਟ ਉਹਨਾਂ ਵਾਲੀਆਂ ਪਲੇਨ 'ਤੇ ਜਾ ਖੜੇ, ਪੱਧਰ 'ਤੇ ਜਾ ਕੇ। ਸੋ ਸਿੱਖਾਂ ਵਾਸਤੇ ਇਹ ਬਹੁਤ ਵੱਡੀ ਚੁਣੌਤੀ ਹੈ, ਓਡੀ ਵੱਡੀ ਪ੍ਰੇਰਨਾ ਹੈ। ਪੈਗੰਬਰ ਕਿੰਨੇ ਕੁ ਸ਼ਹੀਦ ਹੁੰਦੇ ਨੇ, ਤੱਤੀਆਂ ਤਵੀਆਂ 'ਤੇ ਬੈਠਣ ਵਾਲੇ ਤੇ ਸੀਸ ਚੌਂਕਾਂ 'ਚ ਕਟਾਉਣ ਵਾਲੇ, ਜਾਂ ਸਾਰਾ ਇਤਿਹਾਸ ਉਹ ਵੀ ਪਿਆ ਹੈ। ਸੋ ਇਹ ਚੱਲੀ ਜਾਂਦਾ, ਇਹ ਸਿੱਖਾਂ ਨਾਲ ਹੁੰਦਾ ਰਹਿਣਾ ਸ਼ਾਇਦ ਅਜੇ ਪਤਾ ਨਹੀਂ ਕਿੰਨਾ ਕੁ ਚਿਰ। ਅਤੇ ਸਿੱਖਾਂ ਨੇ ਮਸਲੇ ਦੇ ਖਿਲਾਫ ਲੜਦੇ ਰਹਿਣਾ। ਸਿੱਖ ਤੋਂ ਭੱਜ ਨਹੀਂ ਸਕਦੇ। ਇਹ ਹੈ ਕਹਾਣੀ ਜੀ। ਜੀ ਹਾਂਜੀ। ਸੋ ਇਹ ਸਨ ਸਰਦਾਰ ਅਜਮੇਰ ਸਿੰਘ ਜੀ, ਜਿਨ੍ਹਾਂ ਨੇ ਬਖੂਬੀ ਸਾਨੂੰ ਦੱਸਿਆ ਕਿ ਇਨਸਾਨ ਇੱਕ ਦਰਿੰਦੇ ਵਿੱਚ ਕਿਵੇਂ ਤਬਦੀਲ ਹੁੰਦਾ ਹੈ, ਅਤੇ ਉਹ ਆਪਣੀ ਅੰਦਰਲੀ ਕੋਮਲਤਾ ਮਾਰ ਕੇ ਕਿਵੇਂ ਕਠੋਰਤਾ ਦੇ ਵੱਸ ਹੋ ਕੇ ਆਪਣਿਆਂ ਦੀ ਖੂਨ ਦਾ ਪਿਆਸਾ ਹੋ ਜਾਂਦਾ ਹੈ। ਇਸ ਪ੍ਰੋਗਰਾਮ 'ਚ ਹੁਣ ਸਿਰਫ ਇੰਨਾ ਹੀ। ਅਗਲੀ ਵਾਰ ਫਿਰ ਆਪ ਜੀ ਦੇ ਸਨਮੁਖ ਹੋਵਾਂਗੇ ਕੋਈ ਸਿੱਖੀ ਅਤੇ ਸਿੱਖਾਂ ਨਾਲ ਮਸਲੇ ਨੂੰ ਲੈ ਕੇ। ਉਦੋਂ ਤਾਈਂ ਸਾਨੂੰ ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।